बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो मेरा प्रोग्राम जाग मेरे पंजाब और मैं है तुहाडी मेज़बान शुमाइला नियाज़। ਇਹ ਜਾਗ ਮੇਰਾ ਪੰਜਾਬ ਜਿਹੜਾ ਨਾ ਇਹ ਸੁੱਤਾ ਕਦੀ ਹੈਗਾ ਹੀ ਨਹੀਂ ਸੀ, ਇਹ ਜਾਗ ਰਿਹਾ ਹੈ ਔਰ ਜਾਗਦਾ ਰਹੇਗਾ। ਪੰਜਾਬੀ ਅਗਰ ਸੁੱਤਾ ਵੀ ਹੋਵੇ ਤਾਂ ਵੀ ਜਾਗਦਾ ਹੁੰਦਾ। ਮੈਂ ਗੁਜ਼ਸ਼ਤਾ ਹਫ਼ਤੇ ਜਿਹੜਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਮੈਂ 5 ਅਗਸਤ ਦੀ ਕਾਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਇਹ ਹੋਣਾ ਹਵਾਣਾ ਕੁਛ ਨਹੀਂ, ਸਿਰਫ ਔਰ ਸਿਰਫ ਜਿਹੜਾ ਇੱਕ ਜਜ਼ਬਾਤੀ ਕਾਰਕੁਨ ਹੈ ਉਹ ਵਿੱਚ ਰਗੜਿਆ ਜਾਏਗਾ। ਸੜਕਾਂ ਬਿਲਕੁਲ ਖਾਲੀ ਸੀ। एहतजाज ਜਿਹੜਾ ਨਾ ਉਹ ਨਾਕਾਮ ਹੋਇਆ ਕਿ ਕਾਮਯਾਬ ਹੋਇਆ। ਮੈਂ ਇਹਦੀ ਕਸ਼ਮਕਸ਼ 'ਚ ਸੀ ਕਿ ਮੈਂ ਦੇਖਣਾ ਤਾਂ ਸਹੀ ਕਿ एहतजाज ਕਿੰਨੀ ਕੁ ਹੱਦ ਤੱਕ ਜਿਹੜਾ ਨਾ ਉਹ ਕਾਮਯਾਬ ਹੋਇਆ। ਸੜਕਾਂ ਤਾਂ ਖੈਰ ਬਿਲਕੁਲ ਵੀਰਾਨ ਨਜ਼ਰ ਆਈਆਂ। ਕੁਛ ਹਲਕਿਆਂ ਦੇ ਵਿੱਚ ਲੋਕੀ ਨਿਕਲੇ ਬਾਹਰ, ਲੇਕਿਨ ਲੋਕੀ ਇੰਨੇ ਨਹੀਂ ਨਿਕਲੇ ਜਿੰਨੀ ਪੁਲਿਸ ਦੀ ਨਫਰੀ ਬਾਹਰ ਨਿਕਲੀ ਹੋਈ ਸੀ। ਠੀਕ ਹੈ, ਹੁਣ ਪੁਲਿਸ ਕਾ ਤੋਂ ਤਾਇਨਾਤ ਸੀ, ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹ ਤਾਂ ਵਾਸਤੇ ਹੀ ਤਾਇਨਾਤ ਕੀਤੀ ਜਾ ਸਕਦੀ ਜਦੋਂ ਪਤਾ ਹੋਵੇ ਕਿ ਜੀ ਆਵਾਮ ਬੜੀ ਵੱਡੀ ਤਾਦਾਦ ਵਿੱਚ ਜਿਹੜਾ ਨਾ ਉਹ ਬਾਹਰ ਨਿਕਲ ਸਕਦੀ ਹੈ। ਉਹ ਇਸ ਤੋਂ ਪਹਿਲੇ ਕਿ ਬਾਹਰ ਨਿਕਲਣ, ਉਸ ਤੋਂ ਪਹਿਲੇ ਜਿਹੜਾ ਨਾ ਬਾਹਰ ਪੁਲਿਸ ਅਹਿਲਕਾਰ ਜਿਹੜੇ ਤਾਇਨਾਤ ਕਰ ਦਿੱਤੇ ਜਾਣ। ਲੇਕਿਨ ਹੁਣ ਇਹ ਚੀਜ਼ ਦੇਖਣੀ ਕਿ ਜਿਹੜੀ 5 ਅਗਸਤ ਦੇ ਬਾਅਦ ਖੈਰ ਮੈਂ ਇਹ ਵੀ ਗੱਲ ਕੀਤੀ ਸੀ ਕਿ ਜੀ 5 ਅਗਸਤ ਨੂੰ ਜਿਹੜਾ ਪੰਜਾ ਹੈ ਨਾ ਉਹ ਮੈਂ ਫਿਰ ਲਾਵਾਂਗੀ, ਲੇਕਿਨ ਮੈਂ ਕੋਈ ਪੰਜਾ ਨਹੀਂ ਲਾਣਾ ਚਾਹੁੰਦੀ ਕਿਉਂਕਿ ਮੈਂ ਸਮਝਦੀ ਹਾਂ ਕਿ ਹਰ ਜਮਾਤ ਨੂੰ ਜਿਹੜਾ ਨਾ ਉਹ ਆਇਨੀ ਹੱਕ ਹੈ ਇਸ ਚੀਜ਼ ਦਾ ਕਿ ਉਹ ਆਪਣੀ ਗੱਲਬਾਤ ਕਰ ਸਕਣ, ਆਪਣੇ ਜਿਹੜੇ ਮੁਤਾਲਬਾਤ ਨੇ ਉਹ ਰੱਖ ਸਕਣ। ਲੇਕਿਨ ਅਗਰ ਜਬਰੀ ਤੌਰ 'ਤੇ ਕਿਸੇ ਨੂੰ ਰੋਕਿਆ ਜਾਵੇ ਤਾਂ ਫਿਰ ਸਮਝ ਸਕਦੇ ਹੋ। ਠੀਕ ਹੈ, ਹੁਣ ਇਹ एहतजाज ਕਾਮਯਾਬ ਸੀ ਜਾਂ ਨਾਕਾਮ ਸੀ, ਇਹਦੇ ਹਵਾਲੇ ਨਾਲ ਮੈਂ ਚਾਹਾਂਗੀ ਕਿ ਸਲਮਾਨ ਅਕਰਮ ਰਾਜਾ ਜਿਹੜੇ ਨੇ ਉਹਨਾਂ ਦੀ ਲਫ਼ਜ਼ੀ ਜਿਹੜਾ ਨਾ ਇਹ ਸੁਣਿਆ ਜਾਏ, ਉਹ ਤੁਹਾਨੂੰ ਵੀ ਸੁਣਾਇਆ ਜਾਏ ਕਿ ਉਹ ਕੀ ਕਹਿੰਦੇ ਨੇ ਕਿ एहतजाज ਕਾਮਯਾਬ ਸੀ ਜਾਂ नाकाम। ਉਹ लाओ ज़रा शॉट जी। बातचीत करूंगा पार्टी के अंदर, हम देखेंगे। मुझे नहीं लगता कि खान की कॉल हो, अडयाला हो, 5 अगस्त का दिन हो, एक जबजहती का दिन हो, तो उस दिन कोई भी MNA या सेनेटर जो है माकूल वजह के बगैर दूर रहेगा। अगर कोई माकूल वजह नहीं थी और कोई दूर रहा है तो उसको जवाब देना हो। तो ये गैर आइनी ट्रायल है। 2 दफ़ा साइफर ट्रायल को इस बुनियाद पर कलअदम करार दिया गया था और असर नौ कार्रवाई शुरू हुई थी। अब 26वीं तरमीम के बाद लगता है कि इनका ख्याल है कि अब कोई सुनवाई नहीं होगी, हम जो मर्जी कर लें। इन्होंने मीडिया को भी बाहर कर दिया है, फैमिली को भी बाहर कर दिया है, मेरा वकालतनामा है इस मुकदमे में, मुझे भी अंदर नहीं जाने दे रहे। तो अब हम इस पर आइनी और कानूनी जो है सुन तो तुसी लिया वैसे मैं तो समझदी ਜਿਹੜੀ ਆਵਾਮ ਸਾਡੀ ਦੇਖਣ ਵਾਲੀ ਹੈ ਨਾ ਉਹ ਜਿਨੇ ਵੀ ਅਸੀਂ ਐਂਕਰ ਆ ਨਾ ਉਹਨਾਂ ਤੋਂ ਜ਼ਿਆਦਾ ਤਿੱਖੀ ਤੇ ਜ਼ਿਆਦਾ ਤੇਜ਼ ਹੈ, ਖਾਸ ਕਰਕੇ ਲਾਹੌਰੀਏ ਤਾਂ ਬਹੁਤ ਤੇਜ਼ ਨੇ। ਠੀਕ ਹੈ, ਹੁਣ ਇਸ ਪੰਜਾਬ ਸੂਬੇ ਦੀ ਜਿਹੜੀ ਸਾਡੀ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਮਾਸ਼ਾਅੱਲਾ ਜਦੋਂ ਵੀ ਟੀਵੀ ਤੇ ਆਉਂਦੇ ਨੇ ਤੇ ਬਹੁਤ ਖੂਬਸੂਰਤ ਲੱਗਦੇ ਨੇ ਔਰ ਜਦੋਂ ਗੱਲਬਾਤ ਕਰਨ ਤੇ ਵਾਹ ਵਾਹ ਕਿਆ ਕਹਿਣੇ। ਹੁਣ ਇਸ एहतजाज ਦੇ ਬਾਰੇ ਚ ਮਰੀਮ ਸਾਹਿਬਾ IG ਸਾਹਿਬ ਨੂੰ ਮੁਖਾਤਿਬ ਕਰਦੇ ਕਹਿੰਦੇ ਹੈ ਕਿ IG ਸਾਹਿਬ ਵੇਟ ਕਰਦੇ ਪਏ ਸੀ, ਆਵਾਮ ਨਹੀਂ ਨਿਕਲੀ। ਹੁਣ ਬੰਦਾ ਪੁੱਛੇ ਕਿ IG ਨੇ ਆਵਾਮ ਦਾ ਕੀ ਕਰਨਾ ਸੀ? सोचो तो दसो ते मरियम दा शॉट भी सुनो। आपको मैं कह रही थी कि आप कल इंतज़ार करते रहे, एहतजाज के लिए कोई आया ही नहीं। IG साहब कल इंतज़ार करते रहे, ऐसा रास्ता देखते रहे, कोई नहीं आया। उसकी एक वजह है क्यों नहीं आ रहे लोग एहतजाज के लिए। लोग अकल आ गई, किसने कहा अकल आ गई? आपने कहा, हाँ लगता है। मैं ये समझती हूँ कि जो फितना है, बेहंगम शोर शराबा, गाली गलोच, उसका गरेबान पकड़ लो, उसको ये कर दो, वो वाली जो सियासत है जिसको सियासत कहना भी नहीं चाहिए, वो कारकर्दगी से दफन हो गई है अल्हम्दुलिल्लाह। लोगों ने देख लिया क्या फ़र्क है। तकरीरें करना बहुत आसान है, ये बात करना कि मैं ये कर दूंगा ये कर दूंगी, ये बहुत आसान है। करने के लिए दिन रात एक करना पड़ता है, और दिन रात एक इंसान तभी करता है जब यहाँ दिल में किसी की खिदमत का जज्बा हो। तो मैं आप सबसे ये कहना चाहती हूँ, फसाद फैलाने वाले क्या जाने कि खिदमत का मजा। मैं वज़ीर आला पंजाब मरियम नवाज ਦੀ ਇਸ ਗੱਲ ਨਾਲ ਜਿਹੜਾ ਨਾ ਐਗਰੀ ਕਰਦੀ ਹਾਂ ਕਿ ਉਹਨਾਂ ਨੇ ਆਖਿਆ ਕਿ ਜੀ ਉਹਨਾਂ ਦੇ ਪਿੱਛੇ ਕਿਸੇ ਬੰਦੇ ਨੇ ਬੋਲਿਆ ਕਿ ਜੀ ਅਕਲ ਆ ਗਈ ਹੈ। ਅਕਲ ਤਾਂ ਵਾਕਈ ਪਾਕਿਸਤਾਨ ਦੀ ਆਵਾਮ ਨੂੰ ਆ ਗਈ ਹੈ ਔਰ ਸੱਚੀ ਮੁੱਚੀ ਆ ਗਈ ਹੈ। ਅਕਲ ਹੀ ਤਾਂ ਆ ਗਈ ਹੈ, ਅਕਲ ਦੇ ਕਰਕੇ ਹੀ ਤਾਂ ਸਾਰਾ ਬੇੜਾ ਡੁੱਬੀ ਜਾਂਦਾ ਪਿਆ। ਅਕਲ ਦੇ ਕਰਕੇ ਹੀ ਤਾਂ ਕੀ ਨਾ ਲੈਂਦੇ ਨੇ ਹਰ ਪਾਸੇ ਬੰਦੇ ਖੜੇ ਕਰ ਦਿੰਦੇ ਆ। ਅਕਲ ਆ ਗਈ ਹੈ। ਮੇਰਾ ਨਾਲ ਹੁਣ ਦੂਜਾ ਪੁਆਇੰਟ ਇਹ ਹੈ, ਅਗਰ ਇੱਕ ਪਾਸੇ ਹੁਣ ਅਗਰ PTI ਦੀ ਗੱਲ ਕਰੀਏ ਕਿ ਜੀ PTI ਕਹਿੰਦੇ ਨੇ, PTI ਵਾਲੇ ਕਹਿੰਦੇ ਨੇ ਕਿ ਜੇ ਅਸੀਂ ਬਾਹਰ ਨਿਕਲਦੇ ਹਾਂ ਸਾਡੇ ਤੇ ਮੁਕੱਦਮਾਤ ਬਣਾ ਦਿੱਤੇ ਜਾਂਦੇ ਹੈ, ਸਾਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਸਾਨੂੰ ਡੰਡੇ ਸੋਟੇ ਮਾਰੇ ਜਾਂਦੇ ਹੈ। ਤੇ ਚਾਹੀਦੀ ਕੀ ਹੈ ਜੀ?
ਹਕੀਕੀ ਆਜ਼ਾਦੀਆਂ ਫਿਰ ਐਵੇਂ ਨਹੀਂ ਲੱਭਦੀਆਂ। ਡੰਡੇ ਖਾਣੇ ਪੈਂਦੇ ਆ, ਸੋਟੇ ਖਾਣੇ ਪੈਂਦੇ ਆ, ਮਜ਼ਾਮਤ ਬਰਦਾਸ਼ਤ ਕਰਨੀ ਪੈਂਦੀ ਹੈ, ਝੇਲਣਾ ਪੈਂਦਾ ਸਾਰਾ ਕੁਝ। ਵੀ ਤੁਸੀਂ ਕੀ ਚਾਹੁੰਦੇ ਆ ਕਿ ਤੁਸੀਂ ਆਰਾਮ ਸਕੂਨ ਨਾਲ ਸੋਹਣੇ ਜਿਹੇ ਕੱਪੜੇ ਪਾ ਕੇ ਤੇ ਬੁੜੀਆਂ ਸੁਰਖੀਆਂ ਲਾ ਕੇ ਬਾਹਰ ਨਿਕਲਣ ਤੇ ਅੱਗੇ ਪੁਲਿਸ ਕਿੰਨੇ ਕੁ ਬੰਦੇ ਨੂੰ ਰੋਕ ਲੇਗੀ ਪੁਲਿਸ? ਚੱਲ ਮਿਸਾਲ ਦੇ ਤੌਰ ਤੇ ਹਿਸਾਬ ਲਾ ਲੈਂਦੇ ਆ ਕਿ ਜੀ ਪੀਟੀਆਈ ਵਾਲੇ ਕਹਿੰਦੇ ਨੇ ਕਿ ਪੁਲਿਸ ਤਾਇਨਾਤ ਕੀਤੀ ਗਈ ਸੀ। ਕਿੰਨੀ ਕੁ ਸੀ ਪੁਲਿਸ ਦੀ ਨਫਰੀ? ਇੱਕ ਮਹੱਲੇ ਦੇ ਵਿੱਚੋਂ ਵੀ ਪੂਰੀ ਆਵਾਮ ਅਗਰ ਨਿਕਲ ਆਵੇ ਤੇ ਪੁਲਿਸ ਕੁਛ ਨਹੀਂ ਕਰ ਸਕਦੀ ਉੱਥੇ। ਲੇਕਿਨ ਦੂਜੇ ਪਾਸੇ ਅਗਰ हुकूमत की गल की जाए तो हर पार्टी का, हर पाकिस्तानी का एक बुनियादी हक है। पहली गल है कि रुकावट होनी नहीं चाहिए। पहली गल तो यह है कि उन्हां दी राह दे विच रुकावट होनी नहीं चाहिए। उन्होंने पुरअमन एहतजाज करन दा जिहड़ा ना पूरा हक हासिल है। हुण जिहड़ी ये पीटीआई जिहड़ी अंदर सिचुएशन है, कल की बनया, की होया, की नहीं होया, इस सारी सूरत हाल के उत्ते गलबात करने वास्ते मेरे मौजूद ने रहनुमा तरीके इंसाफ नदीम कुरैशी साहब। नदीम कुरैशी साहब, अस्सलाम वालेकुम। वालेकुम अस्सलाम जनाब, की हाल चाल ने? अल्हम्दुलिल्लाह। फिर एहतजाज ਦਾ ਕੀ ਬਣਿਆ? ਤੁਸੀਂ ਆਪਣੇ ਮੂੰਹੋਂ ਹੀ ਸਾਨੂੰ ਦੱਸ ਦਿਓ। ਵੈਸੇ ਲੋਕੀ ਤਾਂ ਕਹਿੰਦੇ ਆ ਕਿ ਜੀ ਫਲॉप ਹੋ ਗਿਆ। ਮਰੀਮ ਬੀਬੀ ਕਹਿ ਰਹੇ ਨੇ ਕਿ ਜੀ ਲੋਕਾਂ ਨੂੰ ਅਕਲ ਆ ਗਈ। ਉਹ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਹੈਗੇ एहतजाज ਨੂੰ। ਕੋਈ ਮਰੀਮ ਬੀਬੀ ਨੇ ਜਿਹੜੀ ਫਰਮਾਈ ਤੁਸੀਂ ਜਿਹੜੀ ਸੁਣੀ ਹੈ, ਉਹਨਾਂ ਦੀ ਪੂਰੀ ਗੁਫ਼ਤਗੂ ਤਹਿਰੀਕੇ इंसाफ से खत्म हुई है। बिल्कुल। उन्होंने पूरे बैक ऑफ माइंड एक शख्स है, ਉਹਦਾ ਨਾਮ इमरान खान है। यही किसी तहरीक का, किसी जमात का, किसी जदोजहद करने वाले शख्स का एक ਉਹਦੀ कामयाबी होती है कि ਉਹਦਾ अपोनेंट ਉਹਦੀ सोच तो, ਉਹਦੇ खौफ तो, ਉਹਦੇ हिसार तो बाहर ही ना आ सके। मरियम बीबी ने हुणे कहा कि जी आवाम नहीं निकली और साबिका आईजी पंजाब तो इंतजार करते रहे। बिल्कुल। मैं उन्होंने कहांगा आईजी पंजाब का इंतजार हुण आवाम कर रही है। मरियम बीबी तुहाडा भी ते आईजी पंजाब का भी। वजह लोग इंतजार च बैठे ने। इन्होंने याद दिलावांगा जदों 12 अक्तूबर 1999 ਨੂੰ नवाज शरीफ साहब की गवर्नमेंट ਨੂੰ गिराया सी और जनरल मुशर्रफ साहब ने टेक ओवर किया सी। इन्होंने बंदा नहीं लभदा सी पाकिस्तान च ਜਿਹੜੀ ਜਮਾਤ ਦੀ 2/3 ਅਕਸਰੀਅਤ ਸੀ ਉਸ ਜ਼ਮਾਨੇ 'ਚ 97 ਦੇ ਇਲੈਕਸ਼ਨ 'ਚ। ਤੇ 12 ਅਕਤੂਬਰ ਦੇ ਬਾਅਦ ਜਦੋਂ 2002 ਚ ਇਲੈਕਸ਼ਨ ਹੋਏ, ਇਹਨਾਂ ਨੂੰ ਐਪਲੀਕੈਂਟ ਨਹੀਂ ਲੱਭਦੇ ਸੀ ਪਾਕਿਸਤਾਨ ਵਿੱਚ। ਸਿੰਧ ਤੋਂ ਫਾਰਿਗ ਸਨ, ਬਲੋਚਿਸਤਾਨ ਤੋਂ ਫਾਰਿਗ ਸਨ, ਕੇਪੀ ਤੋਂ ਫਾਰਿਗ। ਪੰਜਾਬ 'ਚ ਤੋਂ ਸਿਰਫ 17 ਸੀਟਾਂ ਮਿਲੀਆਂ ਸਨ ਇਹਨਾਂ ਨੂੰ, ਨੂਨ ਲੀਗ ਨੂੰ ਉਸ ਟਾਈਮ। ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਜਾਵੇਦ ਹਾਸ਼ਮੀ ਦੇ ਇਲਾਵਾ ਕੋਈ ਬੰਦਾ ਨਹੀਂ ਸੀ ਜਿਹੜਾ ਜੇਲ੍ਹ ਕੱਟੇ। ਸਾਰੇ ਭੱਜ ਗਏ ਸੀ ਐਗਰੀਮੈਂਟ ਕਰਕੇ 10-10 ਸਾਲ ਦੇ। ਕੋਈ ਜਾ ਕੇ ਲੱਗ ਗਿਆ ਸੀ ਦੁਬਈ 'ਚ ਮੈਨੇਜਰ, ਕੋਈ ਲੱਗ ਗਿਆ ਸੀ ਕੁੱਕ ਅਕਾਮਿਆਂ ਤੇ, ਕੋਈ ਲੱਗ ਗਿਆ ਸੀ ਉੱਥੇ ਖਾਕਰੋਬ। ਉਹ ਸਾਰੀ ਚੀਜ਼ਾਂ ਰਿਕਾਰਡ ਦਾ ਹਿੱਸਾ ਹੈ। ਤੇ ਮੈਂ ਅਰਜ਼ ਕਰਾਂਗਾ ਤਕੱਬੁਰ ਦੇ ਲਫ਼ਜ਼ ਇਨਸਾਨ ਨੂੰ ਬੋਲਦੇ ਹੋਏ ਨਾ ਆਪਣਾ ਮਾਜ਼ੀ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਪਰ ਕੱਲ ਦੀ ਗੱਲਾਂ ਨੇ ਇਹਨਾਂ ਦੇ ਬਾਰੇ 'ਚ ਕਿਹਾ ਸੀ ਜਨਰਲ ਮੁਸ਼ਰਫ ਨੇ ਕਿ ਜੈਸੀ ਇਨकी शक्ल है वैसी ये बातें करते हैं। और ਇਹਨਾਂ ਦੇ ਬਾਰੇ 'ਚ ਕਿਹਾ ਸੀ ਮੇਰੇ ਭੁੱਟੋ ਸਾਹਿਬ ਨੇ ਕਿ ਜੀ ਅਗਰ ਮੈਨੂੰ ਦੋ ਬੰਦਿਆਂ 'ਚੋਂ ਇੱਕ ਬੰਦੇ ਨੂੰ ਮਾਫ ਕਰਨਾ ਪਵੇ ਤਾਂ ਮੈਂ ਜਨਰਲ ਮੁਸ਼ਰਫ ਨੂੰ ਮਾਫ ਕਰ ਦੇਵਾਂਗੀ, ਨਵਾਜ਼ ਸ਼ਰੀਫ ਸਾਹਿਬ ਨੂੰ ਮਾਫ ਨਹੀਂ ਕਰਾਂਗੇ। ਬੇਨਜ਼ੀਰ ਭੁੱਟੋ ਦਾ ਔਨ ਰਿਕਾਰਡ ਸਟੇਟਮੈਂਟ ਹੈ ਜਿਹੜਾ ਮਰੀਮ ਨਵਾਜ਼ ਸਾਹਿਬ ਨਾ ਇਹ ਫਰਮਾ ਰਹੇ ਸਨ ਜੀ ਗਾਲਾਂ ਕੱਢਦੇ ਨੇ ਤੇ ਗਿਰਬਾਨ ਫੜਦੇ ਨੇ। ਸਰ ਮੇਰੀ ਗੱਲ ਸੁਣੋ ਨਾ ਕੁਰੈਸ਼ੀ ਸਾਹਿਬ, ਉਹ ਤਾਂ ਫਿਰ ਦੇਖੋ ਤੁਹਾਨੂੰ ਪਤਾ ਹੀ ਹੈ ਫਿਰ ਕਿ ਕੀ ਨਹੀਂ ਕੀਤਾ ਨੂਨ ਲੀਗ ਨੇ ਪੀਪਲਸ ਪਾਰਟੀ ਨਾਲ। ਠੀਕ ਹੈ, ਮੈਂ ਉਹ ਕੋਟ ਨਹੀਂ ਕਰਨਾ ਚਾਹੁੰਦੀ ਇੱਥੇ, ਲੇਕਿਨ ਫਿਰ ਵੀ ਬੜਾ ਏਕਾ ਰਿਹਾ ਪੀਪਲਸ ਪਾਰਟੀ ਦਾ ਨੂਨ ਲੀਗ ਦੇ ਨਾਲ ਆ ਹੁਕੂਮਤ ਦੇ ਵਿੱਚ। ਏਕਾ ਹੋਇਆ ਨਾ, ਏਕਾ ਹੋਇਆ ਵਸਾਇਲ ਦੇ ਉੱਤੇ ਕਬਜ਼ੇ ਦਾ। ਇੱਕ ਪਾਕਿਸਤਾਨ ਦੀ ਆਵਾਮ ਨੂੰ ਬੇਵਕੂਫ ਬਣਾਉਣ ਦੇ ਵਾਸਤੇ, ਏਕਾ ਹੋਇਆ ਪਾਕਿਸਤਾਨ ਦੇ ਇਕਤਦਾਰ ਵਾਸਤੇ। ਔਰ ਮੈਂ ਤੁਹਾਨੂੰ ਗੁਜ਼ਾਰਿਸ਼ ਸੀ ਕੱਲ ਰਹਿਮਾਨਾ ਡਾਲਾ ਦੀ ਇੱਕ ਤਸਵੀਰ, ਇੱਕ 80 ਸਾਲ ਦੀ ਖਾਤੂਨ ਨੂੰ ਜਿਸ ਤਰ੍ਹਾਂ ਪੁਲਿਸ ਬੇਹੂਦਗੀ ਨਾਲ, ਜ਼ੁਲਮ ਨਾਲ, ਜ਼ਿਆਦਤੀ ਨਾਲ ਸੁੱਟ ਰਹੀ ਹੈ ਗੱਡੀ 'ਚ। ਵਕਲਾ ਖਵਾਤੀਨ ਇੱਕ ਗਵਰਨਮੈਂਟ ਕੰਟਰੋਲ ਮੀਡੀਆ ਹੈ। ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਇਹ ਤੇ ਕਦੀ ਨਹੀਂ ਹੋਇਆ ਕਿ 14 ਕਰੋੜ ਆਵਾਮ ਬਾਹਰ ਆ ਜਾਵੇ। ਐਹਤਜਾਜਾਂ 'ਚ ਅਗਰ ਦੇਸ਼ 'ਚ ਐਹਤਜਾਜ ਹੋਇਆ ਸੀ ਤਾਂ ਲੱਖ 2 ਲੱਖ ਬਾਹਰ ਆਇਆ ਸੀ। ਕੋਈ ਉਹਨਾਂ ਦਾ 20 ਕਰੋੜ ਬੰਦਾ ਥੋੜੀ ਬਾਹਰ ਆ ਗਏ। ਪਾਕਿਸਤਾਨ ਦੀ ਤਾਰੀਖ ਦੀ ਪਹਿਲੀ ਸਾਲ ਹਕੂਮਤ शिकार है 34,000 मुकदमे दर्ज होए ने तहरीक इंसाफ के वर्कर्स से, सैकड़ों शहीद होए ने। ਉਹਦੇ ਬਾਵਜੂਦ ਖੋਲਿਆ ਗਿਆ। ਲੋਕ
ਜਦੋਂ ਟੁੱਟਿਆ ਗਿਆ, ਯਾਸਮੀਨ ਰਾਸ਼ਿਦ ਤੋਂ ਲੈ ਕੇ ਕਿਸ ਦਾ ਨਾਂ ਲਈਏ, ਸ਼ਾਮ ਮਹਿਮੂਦ ਤੋਂ ਲੈ ਕੇ ਮਹਿਮੂਦ ਰਸ਼ੀਦ ਤੱਕ ਹਜ਼ਾਰਾਂ ਵਰਕਰ ਜੇਲ੍ਹਾਂ 'ਚ ਗਏ, ਅੱਜ ਵੀ ਜੇਲ੍ਹਾਂ 'ਚ ਮੌਜੂਦ ਨੇ। ਉਹਦੇ ਬਾਵਜੂਦ ਪਾਰਟੀ ਦੇ ਕੈਂਡੀਡੇਟ ਅਲਾਟ ਨਹੀਂ, ਪੇਪਰ ਕਰਨ ਲੋਕਾਂ ਨੂੰ ਰੈਲੀ ਦੀ ਗੁਫ਼ਤਗੂ ਦੀ ਇਜਾਜ਼ਤ ਨਹੀਂ ਸੀ, ਕੈਂਡੀਡੇਟ ਆਪਣੇ ਹਲਕੇ 'ਚ ਨਹੀਂ ਜਾ ਸਕਦੇ ਸੀ। ਲੋਕਾਂ ਨੇ ਸ਼ੇਰ ਨੂੰ ਬੱਤੀ ਬਣਾਤਾ 8 ਫਰਵਰੀ 2024 ਨੂੰ। ਨਹੀਂ, ਮੇਰੀ ਗੱਲ ਸੁਣੋ ਨਾ ਨਦੀਮ ਕੁਰੈਸ਼ੀ ਸਾਹਿਬ, ਪੁਰਾਣੀਆਂ ਗੱਲਾਂ ਆਪਾਂ ਬਾਅਦ ਚ ਫਰੋਲ ਲੈਣੇ। ਵੈਸੇ ਮੈਨੂੰ ਇਹ ਦੱਸੋ ਕਿ 5 ਅਗਸਤ ਦਾ ਬੜਾ ਇੱਕ ਰੌਲਾ ਜਿਹੜਾ ਪਿਆ ਹੋਇਆ ਸੀ, ਇਹ ਤੁਹਾਨੂੰ ਵੀ ਦੇਖੋ ਕਿਸੇ ਗੱਲ ਦੀ ਭੁੱਲ ਨਹੀਂ ਹੈਗੀ ਹਕੂਮਤ ਨੇ ਕੀ ਨਹੀਂ ਕੀਤਾ ਹੈਗਾ। ਇਸ ਤੋਂ ਪਹਿਲੇ ਵੀ ਆਵਾਮ ਨਿਕਲੀ ਔਰ ਬੜਾ ਜੋਸ਼ੋ ਖਰੋਸ਼ ਨਜ਼ਰ ਆਉਂਦਾ ਰਿਹਾ ਆਵਾਮ ਦਾ, ਠੀਕ ਹੈ। ਲੇਕਿਨ ਹੁਣ 5 ਅਗਸਤ ਵਾਲੇ ਦਿਨ ਯਕੀਨ ਕਰੋ ਇਹ ਝੂਠ ਵਾਲੀ ਗੱਲ ਨਹੀਂ ਹੈਗੀ। ਮੈਂ ਕੋਈ ਤੁਹਾਡੇ ਤੇ ਗੱਲ ਨਹੀਂ ਲਾਉਂਦੀ ਪਈ ਜਾਂ ਮੈਂ ਕੋਈ ਨਫ਼ਰਤ ਨਹੀਂ ਫੈਲਾਉਂਦੀ ਪਈ, ਲੇਕਿਨ ਮੈਂ ਵਾਕਈ ਕੋਈ ਬੰਦਾ ਦੇਖਿਆ ਨਹੀਂ ਬਾਹਰ, ਕੋਈ ਇੱਕ ਬੰਦਾ ਵੀ ਮੈਂ ਬਾਹਰ ਨਹੀਂ ਦੇਖਿਆ ਪੀਟੀਆਈ ਦਾ ਝੰਡਾ ਲੈ ਕੇ ਫਿਰਦਾ ਹੋਇਆ। ਨਹੀਂ, ਮੇਰੀ ਗੱਲ ਸੁਣੋ ਨਾ, ਇਹ ਐਕਟੀਵਿਟੀ ਪੂਰੇ ਪਾਕਿਸਤਾਨ 'ਚ ਹੋਈ ਹੈ, ਸਾਰਾ ਸੋਸ਼ਲ ਮੀਡੀਆ ਪਾਇਆ ਪਿਆ ਹੈ। हुकूमत की जान पे बनी हुई जो क्रैकअप हो रहे सर 15 मिलियन सैकड़ा कारकुन का 10 FIR दर्ज हुई ने लाहौर शहर साढ़े जो 12 रैकिंग गिरफ्तार किया गया। मेरे लोगों की गड्डियां तोड़ दी गई, हालांकि रैली कड्डी नहीं सी, रैली जा रहे सन शरीक होने वास्ते। इकबाल से क्यों मिली कौन थी कोई? अच्छा नदीम कुरैशी साहब मेरे साथ ही तुसी रहियो, ठीक है, लेकिन मैं थोड़ा ब्रेक लेनी है, ब्रेक तो बाद दोबारा गलबात इत्थे शुरू करते हैं। वेलकम बैक नाज़रीन। और ब्रेक तो पहले गलबात हो रही सी, कुरैशी साहब कह रहे थे कि ऐसी गल नहीं हैगी, आवाम जी ना निकली है और बड़ी बड़ी तादाद च निकली है, ठीक है, इजहार यकजहती भी किया गया है। इस तो जो इलावा एक चीज़ होर है कि गिरफ्तारियां भी बड़ी हद तक हुई ने, ठीक है, इन्होंने उत्ते भी गलबात करांगे। लेकिन मेरे मौजूद ने रहनुमा पीपल्स पार्टी सैयद हसन मुर्तज़ा साहब। हसन मुर्तज़ा साहब अस्सलाम वालेकुम, मेरी आवाज़ आ रही है तुहानू क्लियर? जी आ रही है जी। अच्छा पहले तो मैं तुहाडे कोल पुछना चाहांगी कि तुसी की समझदे हो कि जिहड़ा ये पीटीआई वालों 5 अगस्त की कॉल दी गई सी एहतजाज दी, ये 5 अगस्त वाला दिन कामयाब रहा या नाकाम रहा पीटीआई वास्ते? बहुत शुक्रिया जी। देखो एहतजाज जिहड़ा है उनका कामयाब होना या उनका नाकाम होना, मैं समझना कि ये बिल्कुल मुनासिब अल्फाज नहीं ने। एहतजाज तो रिकॉर्ड कराईदा है, एहतजाज 2 आदमी करा देन, एहतजाज लाख आदमी करा देवे, एहतजाज पूरा मुल्क करा देवे, एहतजाज ते एहतजाज है। तुसी प्रोटेस्ट कर रहे हो, कोई रूल्स रेगुलेशन, कोई आइन, कोई कानून, कोई तुसी समझदे जे कि हक तलफी हो रही, उनदे ते आवाज उठाना ही हक है ना। ਇਹ ਤੇ ਨਹੀਂ ਕਿ ਤੁਸੀਂ ਲਾਅ ਐਂਡ ਆਰਡਰ ਦੀ ਸੂਰਤ ਹਾਲ ਖਰਾਬ ਕਰ ਲਓ, ਤੁਸੀਂ ਸੜਕਾਂ ਬੰਦ ਕਰ ਦਿਓ, ਤੁਸੀਂ ਚੀਜ਼ਾਂ ਨੂੰ ਖਰਾਬ ਕਰ ਦਿਓ ਤੇ ਕਹੋਗੇ ਕਿਉਂ ਕਾਮਯਾਬ ਹੋਇਆ। ਮੈਂ ਤੇ ਸਮਝਣਾ ਕਿ ਅਗਰ ਇੱਕ ਆਦਮੀ ਵੀ ਸੜਕ ਤੇ ਖਲੋ ਕੇ ਇਤਜਾਜ ਕਰ ਰਿਹਾ ਹੈ ਤਾਂ ਇਤਜਾਜ ਕਾਮਯਾਬ ਹੈ। ਤੁਹਾਨੂੰ ਫਰੀडम ਆਫ ਸਪੀਚ ਹੋਣੀ ਚਾਹੀਦੀ ਹੈ। ਤੁਹਾਡੇ ਲੋਕਾਂ ਦੇ ਕੋਲ ਜਿਹੜਾ ਇੱਕ ਹੱਕ ਹੈ ਜਮਹੂਰੀ, ਇੱਕ ਆਈਨੀ, ਉਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਇਹੀ ਹੈ, ਹੋਰ ਮੇਰੇ ਖਿਆਲ ਕਾਮਯਾਬੀ ਨਾਕਾਮੀ ਵਾਲੀ ਤੇ ਕੋਈ ਐਸੀ ਗੱਲ ਨਹੀਂ ਹੈ। ਬਿਲਕੁਲ ਸਹੀ, ਤੁਸੀਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਹਾਂ ਮੈਂ ਵੈਸੇ। ਲੇਕਿਨ ਥੋੜੀ ਦੇਰ ਪਹਿਲੇ ਅਸੀਂ ਸਟਾਕ ਚਲਾਇਆ ਮਰੀਮ ਨਵਾਜ਼ ਸਾਹਿਬਾ ਦਾ, ਉਹਨਾਂ ਨੇ ਆਖਿਆ ਆਈਜੀ ਸਾਹਿਬ ਜਿਹੜੇ ਨੇ ਉਹ ਵੇਟ ਕਰਦੇ ਰਹੇ, ਆਵਾਮ ਨਹੀਂ ਬਾਹਰ ਨਿਕਲੀ। ਇਹ ਉਹਨਾਂ ਦਾ ਸਵਾਲ ਆਈਜੀ ਸਾਹਿਬ ਕੋਲੋਂ ਕਿਉਂ ਸੀ ਕਿ ਆਈਜੀ ਸਾਹਿਬ ਇੰਤਜ਼ਾਰ ਕਰਦੇ ਰਹੇ, ਬੰਦਾ ਨਹੀਂ ਬਾਹਰ ਨਿਕਲਿਆ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੈਸੇ। ਸਰ ਮੈਂ ਸਮਝਣਾ ਵਾ ਕਿ ਜਦੋਂ ਤੁਹਾਡੀ ਕਿਆਦਤ ਇਸ ਕਿਸਮ ਦੀ ਸੋਚ ਰੱਖਣ ਲੱਗ ਪਵੇ, ਮੈਂ ਨਦੀਮ ਕੁਰੈਸ਼ੀ ਸਾਹਿਬ ਭਾਈ ਨੇ, ਮੈਂ ਇਹਨਾਂ ਦੇ ਨਾਲ ਕਾਫੀ ਅਰਸਾ ਅਸੈਂਬਲੀ ਦਾ ਹਿੱਸਾ ਰਿਹਾ ਵਾਂ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਸਾਂ ਕਿ ਸਾਡੀ ਹਕੂਮਤ ਦੇ ਵਿੱਚ ਲਚਕ ਹੋਣੀ ਚਾਹੀਦੀ ਹੈ, ਉਹ ਮਾਂ ਦੀ ਤਰ੍ਹਾਂ ਹੁੰਦੀ ਹੈ। ਹਕੂਮਤ ਅਗਰ ਆਪਣੇ ਬੱਚਿਆਂ ਦੇ ਸਾਹਮਣੇ ਸਰੈਂਡਰ ਕਰੇ ਤੇ ਉਹਦੀ ਸ਼ਿਕਸਤ ਨਹੀਂ ਹੁੰਦੀ। ਔਰ ਅਗਰ हुकूमत जिहड़ी है वो बिल्कुल अपनी फ्लैक्सीबिलिटी खत्म कर देवे और एक डांग सोटे की तरह सामने खलो जावे कि पब्लिक निकले और आईजी उन्हां दा इंतजार कर रहा होवे, मेरे ख्याल है कोई अल्फाजां दा चुनाव दुरुस्त नहीं है या उन्हां नूं मशवरा देण वाले जिहड़े ने वो उन्हां नूं गलत करवा रहे ने। ये आवाम ते अज
ਅਗਰ ਇਹ ਆਈਜੀ ਉਹਨਾਂ ਦੇ ਨਾਲ ਹੈ ਤੇ ਕੱਲ ਇਹ ਆਈਜੀ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਉਹ ਰਿਆਸਤ ਦਾ ਮੁਲਾਜ਼ਮ ਹੈ, ਉਹ ਕਿਸੇ ਜ਼ਾਤ ਦਾ ਜਾਂ ਕਿਸੇ ਸਿਆਸੀ ਜਮਾਤ ਦਾ ਮੁਲਾਜ਼ਮ ਤੇ ਨਹੀਂ ਹੈ। ਉਹਨੇ ਤੇ ਹਰ ਉਸ ਹਕੂਮਤ ਨੂੰ ਉਹਦੇ ਅਹਿਕਾਮਾਤ ਨੂੰ ਓਬੇ ਕਰਨੇ ਜਿਹੜੀ ਉਸ ਟਾਈਮ ਤੇ ਹੋਏਗੀ। ਤੇ ਮੇਰਾ ਖਿਆਲ ਹੈ ਸਾਨੂੰ ਅੱਛੇ ਪ੍ਰੈਸੀਡੈਂਟ ਸੈੱਟ ਕਰਨੇ ਚਾਹੀਦੇ ਨੇ, ਸਾਨੂੰ ਬਰਦਾਸ਼ਤ ਪੈਦਾ ਕਰਨੀ ਚਾਹੀਦੀ ਹੈ। ਤਹਿਰੀਕ ਇਨਸਾਫ ਦੇ ਦੋਸਤਾਂ ਨੂੰ ਵੀ ਕਹਾਂਗਾ ਕਿ ਇਸ ਮੁਲਕ ਦਾ ਇਤਨਾ ਨੁਕਸਾਨ ਹੋ ਚੁੱਕਿਆ ਹੈ, ਕੋਸ਼ਿਸ਼ ਕਰੋ ਕਿ ਕਿਸੇ ਜਗ੍ਹਾ ਤੇ ਚੀਜ਼ਾਂ ਨੂੰ ਖਤਮ ਨਹੀਂ ਕਰੀਦਾ। ਵਧਾਈ ਦਾ ਨਹੀਂ ਹੁੰਦਾ ਵੈਸੇ। ਮੁਰਤਜ਼ਾ ਸਾਹਿਬ ਤੁਸੀਂ ਤਾਂ ਮੈਨੂੰ ਲੱਗਦਾ ਕਿ ਜ਼ਿਆਦਾ ਹੀ ਦਿਲੋਂ ਬੋਲ ਰਹੇ ਆ ਵੈਸੇ ਕਿ ਹੁਣ ਮਾਮਲਾ ਤੋਂ ਜ਼ਰਾ ਸੁਧਾਰ ਦੀ ਤਰਫ ਜਿਹੜਾ ਨਾ ਉਹ ਜਾਣਾ ਚਾਹੀਦਾ ਹੈ। ਇਹ हुकूमत कहती है कि जी असी गल करते हैं गलबात, लेकिन बानी पीछा ही नहीं करना चाहता। नदीम कुरैशी साहब तुसी समझते हो कि इस तरह एहतजाज रिकॉर्ड कराते रहना या जिहड़ा ना वो डेटा जिहड़ियां अगे दसदे रहना कि जी इस तरीक नूं एहतजाज करना है, इस तरीक नूं करना है, या इहदे वास्ते हुकूमत नाल कोई गलबात करनी पेगी? ਕੂਜ਼ੇ 'ਚ ਬੰਦ ਕਰ ਦਿੱਤਾ ਹੈ। अच्छा, ਇਹੀ ਹੁੰਦਾ ਹੈ ਪੋਲੀਟੀਕਲ ਵਰਕਰ ਦਾ, ਗਰਾਊਂਡ ਤੇ ਕੰਮ ਕਰਨ ਵਾਲੇ ਸ਼ਖਸ ਦਾ, ਜਿਹਦਾ ਆਵਾਮ ਨਾਲ ਰਾਬਤਾ ਹੋਵੇ, ਉਹਦੀ ਸੋਚ ਤੇ ਉਹਦੀ ਗੁਫ਼ਤਗੂ ਦੱਸਦੀ ਹੈ, ਉਹਦੇ ਰਵੱਈਏ 'ਚ ਆਮਰੀਅਤ ਨਹੀਂ ਹੁੰਦੀ। ਇਹਨਾਂ ਨੇ ਫਰਮਾਤਾ, ਪਰ ਇਹ ਬਿਲਕੁਲ 100% ਇਹ ਗੱਲ ਠੀਕ ਹੈ। ਹੁਕੂਮਤ ਜਿਹੜੀ ਹੁੰਦੀ ਹੈ ਉਹ ਮਾਂ ਦੀ ਤਰ੍ਹਾਂ ਹੁੰਦੀ ਹੈ। ਮਾਂ ਆਪਣੇ ਬੱਚਿਆਂ ਦੀ ਗੱਲ ਮੰਨ ਜਾਵੇ ਔਰ ਮਾਂ ਸਾਰੇ ਨੂੰ ਇਕੱਠਾ ਕਰਕੇ ਲੈ ਕੇ ਚਲੇ, ਠੀਕ ਹੈ ਨਾ ਜੀ। ਤੇ ਇਹ ਕੋਈ ਮਾਂ ਨੂੰ ਮਿਹਣਾ ਨਹੀਂ ਹੁੰਦਾ, ਮਾਂ ਦੀ ਜ਼ਿੰਮੇਦਾਰੀ ਹੈ। ਰਿਆਸਤ ਹਮੇਸ਼ਾ ਆਪਣੇ ਬਸਣ ਵਾਲਿਆਂ ਨੂੰ ਲੈ ਕੇ ਚੱਲਦੀ ਹੈ। ਰਿਆਸਤ ਦਾ ਕਿਸੇ ਗੱਲ ਨੂੰ ਕਿਸੇ ਆਪਣਾ ਲੋਕਾਂ ਦੇ ਕਿਸੇ ਗਰੋਹ ਦੀ ਗੱਲ ਨੂੰ ਮੰਨ ਲੈਣਾ ਉਹ ਕੋਈ ਉਹਦੀ ਸ਼ਿਕਸਤ ਨਹੀਂ ਹੁੰਦੀ। ਇੱਥੇ ਤੇ ਪਾਕਿਸਤਾਨ ਦੀ ਮੈਜੋਰਿਟੀ ਆਫ ਦਾ ਪੀਪਲ ਇਸ ਟਾਈਮ, ਉਹ ਭਲੇ ਕਿਸੇ ਜਮਾਤ ਤੋਂ ਵੀ, ਹੁਣ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ, ਤੁਸੀਂ ਮਾਈਕ ਚੁੱਕੋ ਸੁਣ ਨਿਊਜ਼ ਦਾ ਤੇ ਤੁਸੀਂ ਲਾਹੌਰ ਦੀ ਸੜਕਾਂ ਤੇ ਨਿਕਲ ਜਾਓ। ਅਗਰ ਤੁਹਾਨੂੰ ਕੋਈ ਬੰਦਾ ਮੁਤਮਈਨ ਮਿਲ ਜਾਵੇ ਨਾ ਜੀ, ਤੁਸੀਂ ਮੈਨੂੰ ਜੁਰਮਾਨਾ ਕਰਨਾ। ਤੇ ਜਿਹੜੀ ਹਕੂਮਤਾਂ ਕੋਲੋਂ, ਜਿਹੜੇ ਲੀਡਰਾਂ ਕੋਲੋਂ ਆਵਾਮ ਦੂਰ ਹੋ ਜਾਂਦੀ ਹੈ, ਉਹਨਾਂ ਦਾ ਫਿਰ ਅੰਜਾਮ ਉਹੀ ਹੁੰਦਾ ਹੈ ਜਿਹੜਾ ਮਾਜ਼ੀ 'ਚ ਵੀ ਕਈ ਜਮਾਤਾਂ ਦਾ ਹੁੰਦਾ ਰਿਹਾ। ਮੈਂ ਅੱਜ ਵੀ ਸਮਝਾਂਗਾ ਕਿ ਮਰੀਮ ਨਵਾਜ਼ ਸਾਹਿਬਾ ਦਾ ਸਟਾਰਟ ਹੈ, ਉਹਨਾਂ ਨੂੰ ਇੱਕ ਪਹਿਲੀ ਵਾਰੀ ਰੁਕਨ ਅਸੈਂਬਲੀ ਬਣੇ ਨੇ, ਉਹ ਜਿਸ ਤਰ੍ਹਾਂ ਵੀ ਬਣੇ ਨੇ ਸਾਰਿਆਂ ਨੂੰ ਪਤਾ, ਮਾਰ ਸ਼ਰਾਫਤ ਕੀਤੀ ਸੀ ਲਾਹੌਰੋਂ। ਨਦੀਮ ਕੁਰੈਸ਼ੀ ਸਾਹਿਬ ਉਹ ਕਹਿੰਦੇ ਨੇ ਕਿ ਵਜ਼ੀਰ ਆਲਾ ਪੰਜਾਬ ਨੇ ਇੰਨਾ ਕੰਮ ਕਰਨਾ, ਇੰਨੇ ਤਰੱਕੀਆਤੀ ਕੰਮ ਕਰਨੇ ਆ, ਦੇਖੋ ਟ੍ਰੇਨਾਂ ਆ ਰਹੀਆਂ ਨੇ ਮੁਲਕ ਦੇ ਵਿੱਚ, ਲੋਕੀ ਜਿਹੜੇ ਨਾ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਪਈਆਂ ਨੇ। ਅੱਜ ਕਿਨਾਂ ਲੈਂਦੇ ਨੇ ਜਿਨ੍ਹਾਂ ਕੋਲੇ ਘਰ ਨਹੀਂ ਹੈਗਾ ਉਹਨਾਂ ਨੂੰ ਘਰ ਮਿਲਦੇ ਪਏ ਆ। ਉਹ ਕਹਿੰਦੇ ਨੇ ਕਿ ਜੀ ਇਹ ਪਾਰਟੀ ਜਿਹੜੀ ਨਾ ਇੰਤਸ਼ਾਰੀ ਪਾਰਟੀ ਹੈ, ਕੰਮ ਨਹੀਂ ਕਰਨ ਦਿੰਦੀ ਹੈਗੀ। ਦੇਖੋ ਇਹ ਟੀਵੀ ਦੀ ਸਕਰੀਨ ਤੇ ਸਭ ਕੁਝ ਇਵੇਂ ਹੀ ਹੈ। ਅਗਰ ਗਵਾਲ ਮੰਡੀ ਦਾ ਰਹਿਣ ਵਾਲਾ, ਅਗਰ ਸਾਂਧੇ ਦਾ ਰਹਿਣ ਵਾਲਾ, ਸ਼ਦਰਾ ਦਾ ਰਹਿਣ ਵਾਲਾ, ਲਾਹੌਰ ਦਾ ਇੱਕ ਆਮ ਸ਼ਹਿਰੀ ਇਹਨਾਂ ਨੂੰ ਇਹਨਾਂ ਦੇ ਹਲਕਿਆਂ 'ਚ ਸ਼ਿਕਸਤ ਦੇ ਰਿਹਾ ਹੈ, ਇਹ ਹਾਰ ਰਹੇ ਨੇ ਡਾਕਟਰ ਯਾਸਮੀਨ ਰਾਸ਼ਿਦ ਤੋਂ, ਇਹ ਹਾਰ ਰਹੇ ਨੇ ਮਾਰ ਸ਼ਰਾਫਤ ਤੋਂ, ਇਹ ਹਾਰ ਰਹੇ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੁਖਤਲਿਫ ਲੋਕਾਂ ਕੋਲੋਂ। ਤੇ ਇਹਦਾ ਮਤਲਬ ਹੈ ਇਹ ਸਾਰੀ ਜਿਹੜੀ ਹੈ ਨਾ ਜੀ, ਇਹ ਐਕਟਿੰਗ ਹੈ, ਅਦਾਕਾਰੀ ਹੈ। ਅਗਰ ਆਮ ਆਦਮੀ ਮੁਤਮਈਨ ਨੇ, ਸਿਆਲਕੋਟ ਦਾ ਇਲੈਕਸ਼ਨ ਹੁਣੇ ਹੋਇਆ, ਉਹ ਸਾਰੀ ਸਰਕਾਰੀ ਮਸ਼ੀਨਰੀ ਲਾ ਕੇ ਇਹਨਾਂ ਦਾ ਕੈਂਡੀਡੇਟ ਜਿੱਤਿਆ। ਇਹ ਸਾਡੇ ਨਾਲ ਅਸੈਂਬਲੀ 'ਚ ਬੈਠੇ ਹੁੰਦੇ ਨੇ, ਇਹਨਾਂ ਦੇ ਜਿਹੜੇ ਲੀਡਰਸ ਨੇ ਉਹ ਆਪ ਬੜੇ ਤੰਗ ਨੇ। ਇਹ ਜਿਹੜੀ ਗੁਫ਼ਤਗੂ ਮੋਹਤਰਮਾ ਫਰਮਾ ਰਹੇ ਨੇ, ਇਹ ਇਕਤਦਾਰ ਦਾ ਤਕੱਬੁਰ ਹੈ। ਇਹ ਮੈਂ ਨਹੀਂ ਸਮਝਦਾ ਕਿ ਪਾਕਿਸਤਾਨ ਦੀ ਆਵਾਮ ਨੂੰ ਇਹ अर्ली 80s ਦੀ ਸੋਚ ਵਾਲਾ ਸਮਝਦੇ ਨੇ। ਡਿਜੀਟਲ ਦੌਰ ਹੈ, ਪਾਕਿਸਤਾਨ ਦੇ ਲੋਕ ਸਮਝਦੇ ਨੇ। ਲਾਹੌਰ ਸ਼ਹਿਰ 'ਚ ਇਹਦੀ ਫਾਊਂਡੇਸ਼ਨ ਦੀ ਇੱਕ ਰਿਪੋਰਟ ਸ਼ਾਇਆ ਹੋਈ ਹੈ, ਸਿਰਫ ਪਿਛਲੇ ਮਹੀਨੇ 'ਚ 40 ਤੋਂ ਜ਼ਿਆਦਾ ਲੋਕਾਂ ਨੇ ਸੁਸਾਈਡ ਕੀਤਾ, ਜਿਨ੍ਹਾਂ 'ਚ 30 ਦੀ ਏਜ ਤੋਂ ਜ਼ਿਆਦਾ ਲੋਕ ਨੇ, ਮੋਸਟਲੀ ਲੋਕ ਨੌਜਵਾਨ ਨੇ। ਔਰ ਵਜ੍ਹਾ ਦੇਖੋ ਬੇਰੁਜ਼ਗਾਰੀ। ਸਾਰੇ ਇਸ ਚੀਜ਼ ਦਾ ਪਤਾ ਹੈ, ਕੋਈ ਪੁੱਲ ਨਹੀਂ ਹੈਗੀ। ਲੇਕਿਨ ਹਸਨ ਮੁਰਤਜ਼ਾ ਸਾਹਿਬ, ਮੈਂ ਤੁਹਾਡਾ ਇੱਕ ਪੁਆਇੰਟ ਵੀ ਲੈਣਾ ਚਾਹਾਂਗੀ ਕਿ ਤੁਸੀਂ ਰਿਹਾਨਾ ਡਾਰ ਸਾਹਿਬਾ ਦੀਆਂ ਵੀ ਜਿਹੜਾ ਕੁਝ ਵੀਡੀਓਜ਼ ਜਾਂ ਕਲਿੱਪ ਦੇਖੇ ਹੋਣਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਫੜ ਕੇ ਜਿਹੜਾ ਉਹ ਡਾਲੇ 'ਚ ਪਾਇਆ ਜਾ ਰਿਹਾ ਹੈ। ਕੀ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਉਹ ਕਰਨਾ ਚਾਹੀਦਾ ਖਵਾਤੀਨ ਦੇ ਨਾਲ, ਖਾਸ ਕਰਕੇ ਬਜ਼ੁਰਗ ਖਵਾਤੀਨ ਦੇ ਨਾਲ? ਦੇਖੋ ਖਵਾਤੀਨ ਹੋਣ, ਬੱਚੇ ਹੋਣ, ਬਜ਼ੁਰਗ ਹੋਣ ਜਾਂ ਮੇਲ ਵੀ ਅਗਰ ਹੋਣ, ਜਦੋਂ ਤੁਸੀਂ ਪੋਲਿਟਿਕਸ ਕਰਦੇ ਹੋ ਨਾ, ਉਦੋਂ ਤੁਸੀਂ ਇਹ ਜਿਹੜੀ ਜੈਂਡਰ ਡਿਸਕ੍ਰਿਮੀਨੇਸ਼ਨ ਖਵਾਤੀਨ ਨੇ ਇਹ ਨਹੀਂ ਹੋਣੀ ਚਾਹੀਦੀ। ਪੋਲੀਟੀਸ਼ੀਅਨ ਹੈ, ਉਹ ਖਾਤੂਨ ਹੋਵੇ, ਉਹ ਮਰਦ ਹੋਵੇ। ਕਿਆ ਮਰਦ ਦੇ ਨਾਲ ਜੋ ਕੁਝ ਹੁੰਦਾ ਹੈ ਉਹ ਦਰੁਸਤ ਹੈ? ਮੈਂ ਤੇ ਜਦੋਂ 7-7 ਫੁੱਟ ਦੇ ਜਵਾਨਾਂ ਦੀਆਂ ਪ੍ਰੈਸ ਕਾਨਫਰੰਸਾਂ ਸੁਣਦਾ ਸਾਂ ਤੇ मैं हम सियासत छोड़ रहे हैं, हम मुल्क छोड़ रहे हैं, हम बच्चे छोड़ रहे हैं, मैं शुक्र करदा सा अल्लाह ताला रोज रख की वक्त आ गया कि यार ਇਹ ਬੰਦੇ ਤੇ ਮੈਂ ਔਨ ਦੀ ਫਲੋਰ ਆਫ ਦੀ ਹਾਊਸ ਵੇਖਦਾ ਸਾਂ ਤੇ ਬੜੀਆਂ ਬੜਕਾਂ ਮਾਰਦੇ ਸਨ
ਤੇ ਅੱਜ ਇਹ ਕੀ ਹੋ ਗਿਆ, ਮਤਲਬ ਇਹ ਕੋਈ ਤੇ ਇੰਨੀ ਮੇਲ ਮੈਂਬਰਸ ਤੇ ਵੀ ਹੁੰਦੀ ਹੈ ਨਾ, ਖਵਾਤੀਨ ਚੁੱਕੇ ਵੈਸੇ ਨਾਜ਼ੁਕ ਹੁੰਦੀਆਂ ਨੇ, ਉਹਨਾਂ ਨਾਲ ਇਸ ਕਿਸਮ ਦੀ ਮੈਨ ਹੈਂਡਲਿੰਗ ਜਾਂ ਉਹ ਨਹੀਂ ਹੋਣੀ ਚਾਹੀਦੀ, ਉਹ ਵੈਸੇ ਹੀ ਕਾਬਿਲੇ ਮੁਜ਼ੰਮਤ ਹੈ। ਲੇਕਿਨ ਜੈਂਡਰ ਡਿਸਕ੍ਰਿਮੀਨੇਸ਼ਨ ਨਾ ਕਰੋ। ਉਹ ਅਗਰ ਮਰਦ ਨਾਲ ਵੀ ਹੋ ਰਿਹਾ ਹੈ ਤੇ ਜ਼ੁਲਮ ਹੋ ਰਿਹਾ ਹੈ, ਜ਼ਿਆਦਤੀ ਹੋ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ। ਮਗਰ ਇਸ ਦੇ ਨਾਲ ਨਾਲ ਅਗਰ ਦੂਸਰੀ ਸਾਈਡ ਦੇ ਉੱਤੋਂ ਵੀ ਜਮਹੂਰੀ ਆਜ਼ਾਦੀਆਂ ਜਾਂ ਸਿਆਸੀ ਆਜ਼ਾਦੀਆਂ ਨੂੰ ਦੀ ਆੜ ਵਿੱਚ ਅਗਰ ਮੁਲਕ ਨੂੰ ਨੁਕਸਾਨ ਪਹੁੰਚਾਇਆ ਜਾਵੇ, ਉਹ ਵੀ ਬੜੀ ਜ਼ਿਆਦਤੀ ਹੈ, ਉਹ ਵੀ ਕੋਈ ਘੱਟ ਨਹੀਂ ਹੈ। ਮਤਲਬ ਮੈਂ ਤੇ ਦੋਨਾਂ ਸਾਈਡਾਂ ਨੂੰ ਇਹ ਗੁਜ਼ਾਰਿਸ਼ ਕਰ ਰਿਹਾ ਕਿ ਖੁਦਾ ਰਾ ਦੋਨੋਂ ਸਾਈਡਾਂ ਗਲਤ ਤੇ ਜਾ ਰਹੇ ਸਾਹਿਬ। ਉਹ ਤਾਂ 2 ਸਾਲਾਂ ਤੋਂ ਹਰ ਬੰਦਾ ਗੁਜ਼ਾਰਿਸ਼ ਤਾਂ ਕਰਦਾ ਪਿਆ ਹੈ, ਲੇਕਿਨ ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਫੋਰਸੀ ਕਰਦੇ ਹੋ ਕਿ ਇਹਨਾਂ ਦਾ ਜਿਹੜਾ ਤਜ਼ਾਦ ਹੈ, ਜਿਹੜਾ ਇਹ ਤਣਾਅ ਦਾ ਸ਼ਿਕਾਰ ਹੈ ਦੋਨੋਂ ਪਾਰਟੀਆਂ, ਇਹ ਕਿੰਨਾ ਕਰਸਾ ਹੋਰ ਚੱਲਦਾ ਰਹੇਗਾ ਜਾਂ ਪਾਰਟੀ ਜਿਹੜੀ ਪੀਟੀਆਈ ਹੈ ਉਹ ਮੁਕੰਮਲ ਤੌਰ ਤੇ ਜਿਹੜਾ ਸਾਈਡਲਾਈਨ ਹੋ ਜਾਏਗੀ? ਸਰ ਇਹ ਤੇ ਚੱਲਦਾ ਹੀ ਰਹਿਣਾ ਮੈਡਮ। ਇਹ ਤੇ ਨਹੀਂ ਮਤਲਬ ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕੱਲ ਖਤਮ ਹੋ ਜਾਏ, ਪਰਸੋਂ ਖਤਮ ਹੋ ਜਾਏ, ਸਾਲ ਨੂੰ 2 ਸਾਲ, ਇਹ ਤੁਸੀਂ ਨਹੀਂ ਕਹਿ ਸਕਦੇ। ਤੇ ਤਵੀਲ ਜਦੋਜਹਿਦ ਇੱਕ ਸੋਚ, ਇੱਕ ਬਿਆਨੀਆਂ ਇੱਕ ਬਣ ਚੁੱਕਿਆ ਹੈ। ਉਹ ਥੋੜੇ ਰਹਿ ਜਾਣਗੇ ਲੇਕਿਨ ਉਹ ਰਿਐਕਸ਼ਨ ਤੇ ਆਂਦਾ ਹੀ ਰਹੇਗਾ, ਉਹ ਸਾਰਾ ਕੁਝ ਹੁੰਦਾ ਰਹੇਗਾ। ਇਹ ਤੇ ਇਹਨਾਂ ਚੀਜ਼ਾਂ ਨੂੰ, ਸਿਆਸੀ ਤਣਾਅ ਨੂੰ ਕੰਮ ਕਰੀਦਾ ਹੈ। ਸਿਆਸੀ ਤਣਾਅ ਆਪਣੇ ਆਪ ਕੰਮ ਨਹੀਂ ਹੋ ਜਾਂਦਾ। ਇਹ ਤੇ ਜੋ ਇਹਨੂੰ ਤੇ ਜਿਤਨਾ ਤੁਸੀਂ ਫੈਲਾਣਾ ਚਾਹੋ ਇਹ ਫੈਲ ਸਕਦਾ ਹੈ, ਜਿਤਨਾ ਇਹਨੂੰ ਕੰਮ ਕਰਨਾ ਚਾਹੋ, ਮਿਨੀਮਾਈਜ਼ ਕਰਨਾ ਚਾਹੋ ਹੋ ਸਕਦਾ ਹੈ, ਖਤਮ ਕਰਨਾ ਚਾਹੋ ਹੋ ਸਕਦਾ ਹੈ। ਇਹਦੇ ਲਈ ਤੇ ਕੋਸ਼ਿਸ਼ਾਂ ਚਾਹੀਦੀਆਂ ਨੇ। ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਜਦੋਂ ਤੱਕ ਨੂਨ ਲੀਗ ਦੀ ਜਿਹੜੀ ਗਵਰਨਮੈਂਟ ਹੈ, ਜਦੋਂ ਤੱਕ ਉਹ ਹੈਗੀ ਹੈ, ਇਹ ਪੀਟੀਆਈ ਦੇ ਨਾਲ ਇਹੀ ਰਵੱਈਆ ਜਿਹੜਾ ਰੱਖਿਆ ਜਾਏਗਾ ਜਿਹੜਾ ਚੱਲਦਾ ਪਿਆ। ਮੈਨੂੰ ਤੇ ਇੰਝ ਹੀ ਲੱਗਦਾ ਹੈ ਕਿ ਇਹ ਇਹਨਾਂ ਵਿੱਚੋਂ ਕਿਸੇ ਨੇ ਮੁੱਕਣਾ ਹੈ ਤਾਂ ਅੱਧੀ ਰੁਕਣਾ ਹੈ। ਨਹੀਂ ਹਾਲ ਵੀ ਇਹ ਕੋਈ ਸਿਆਸੀ ਰਵੱਈਏ ਨਹੀਂ ਨੇ ਨਾ। ਮੁੱਖ ਦੀ ਗੱਲ ਹੀ ਤੁਸੀਂ ਮੁੱਖ ਦੀ ਗੱਲ ਹੀ ਮੁਕਾ ਦਿੱਤੀ ਵੈਸੇ। ਤੁਸੀਂ ਮੁੱਖ ਦੀ ਗੱਲ ਹੀ ਮੁਕਾ ਦਿੱਤੀ ਵੈਸੇ। ਨਦੀਮ ਕੁਰੈਸ਼ੀ ਸਾਹਿਬ ਉਹ ਕਹਿੰਦੇ ਨੇ ਕਿ ਜਦੋਂ ਇਹਨਾਂ ਦੋਵਾਂ ਚੋਂ ਕਿਸੇ ਇੱਕ ਨੇ ਮੁੱਕਣਾ ਹੈ ਉਦੋਂ ਹੀ ਇਹ ਮਸਲਾ ਮੁੱਕਣਾ ਹੈ। देखो शुमाइला शाह जी ना पॉलिटिकल सोच रखते ने ते चीज से बड़ी वाजे हो गई। एक चीज से मुक गई। एक जमाना सी बेनजीर भुट्टो वर्गी खातून जिहदा पंजाब च झंडा लहरांदा सी, सियासी तौर ते PMLN ने हर तरह का हरबा इस्तेमाल करके उन्हां दी पॉलिटिक्स खत्म की पंजाब विच। मैं डॉक्टर फहमीदा मिर्जा नूं सुनिया, उन्होंने फरमाया नेशनल असैंबली दे फ्लोर ते कि मैं कई बारी बेनजीर भुट्टो साहबां नूं असैंबली हाल तो आंसूआं दे नाल रोते जाते देखा। वजह PMLN दा रवैया ऐसा सी। आज सूरत हाल की है? आज अलहमदुल्ला सूरत हाल ये है कि ये बगैर सरकारी बैसाखियां दे इलेक्शन नहीं लड़ सकते। आज किसी भी तरह पाकिस्तान च न्यूट्रल इलेक्शन हो जाए जिथे वोट काउंट हो जाए, ये उत्थे पहुंचणगे जिथे काब लीग भी नहीं पहुंची, ये उत्थे पहुंचणगे जिथे MQM हकीकी भी नहीं पहुंची। इन्होंने अंदाजा भी नहीं हालात की ने, अंदाजा है ताई मरियम बीबी एक पब्लिक गैदरिंग ਵਿੱਚ IG ਸਾਹਿਬ ਨੂੰ ਕਹਿ ਰਹੇ ਤੁਸੀਂ ਇੰਤਜ਼ਾਰ ਕਰਦੇ ਰਹੇ ਆਪਣੀ ਆਵਾਮ ਦਾ ਕੀ ਮਤਲਬ ਹੈ? ਵੈਸੇ ਆਪਸ ਦੀ ਗੱਲ ਹੈ। ਵੈਸੇ ਮਰੀਮ ਨਵਾਜ਼ ਸਾਹਿਬਾ ਨੂੰ ਮੈਨੂੰ ਸਮਝ ਨਹੀਂ ਆਈ ਕਿ ਇਹ ਜੇ ਮੈਂ ਉਹ ਗੱਲ ਕੋਟ ਕਰ ਦਿੱਤੀ ਤੇ ਆਖਣਗੇ ਕਿ ਜੀ ਅਫਲਾਨੀ ਪਾਰਟੀ ਦੀ ਹੈ। ਉਹ ਇੱਕ ਤਾਂ ਪੜ੍ਹੇ ਲਿਖੇ ਨਹੀਂ ਹੈਗੇ, ਉਹ ਤਾਂ ਕੋਸ਼ਿਸ਼ ਵੀ ਨਹੀਂ ਕਰਦੇ। ਵੀ ਗੱਲ ਹੀ ਨਹੀਂ ਬਣਦੀ ਹੈਗੀ IG ਕੋਲੋਂ ਪੁੱਛਣ ਦੀ, IG ਸਾਹਿਬ ਤੁਸੀਂ ਇੰਤਜ਼ਾਰ ਕਰਦੇ ਰਹੇ ਸੀ, ਬੰਦਾ ਨਹੀਂ ਬਾਹਰ ਨਿਕਲੇ। ਉਹਨਾਂ ਨੂੰ ਪਤਾ ਚੱਲ ਗਿਆ ਨਾ ਆਵਾਮ ਸਾਡਾ ਇੰਤਜ਼ਾਰ ਕਰ ਰਹੀ ਹੈ। ਉਹਨਾਂ ਨੂੰ ਪਤਾ ਚੱਲ ਗਿਆ ਆਵਾਮ ਵੋਟਾਂ ਦਾ ਇਲੈਕਸ਼ਨ ਦਾ इंतजार कर रही है। वो वक्त आएगा, वक्त बदलेगा। एक कुरान करीम का फैसला है। हम लोगों के दरमियान दिनों को बदलते रहते हैं। ये वक्त सदा एक जैसा नहीं रहता। मैं ये नहीं चाहूंगा कि खुदा ना करे आने वाला मुस्तकबिल भी ऐसा ही होवे। मैं जरूर ये चाहूंगा कि जिवें पीपल्स पार्टी ने सारी स्ट्रगल की है और तकालीफ देखी ने, PMLN की लीडरशिप ने भी बहुत सारी तकालीफ देखी ने। दिस इज द टाइम कि पाकिस्तान के वो लोग आज इकतदार च ने, साडा उन्हां नाल नजरियाती इख्तलाफ है, असीं उन्हां नाल एक जदोजहद कर रहे हैं, लेकिन किसी दी जात नाल साडा इख्तलाफ नहीं है। बिल्कुल साडे वास्ते कोई भी होवे, मरियम बीबी होण, जरदारी साहब होण, जाती तौर ते साडे वास्ते काबिल एहतराम ने। लेकिन मैं एज ए पोलिटिकल वर्कर, एज ए कॉमन पाकिस्तानी, जदों सीजनड और शानदार लोकां नूं जिहड़े मैं समझदा जिन्हां ने स्ट्रगल कीती, मैं शानदार लफ्ज़ इस वास्ते इस्तेमाल कर रहा, वो इकतदार च ने, लेकिन रवैया उन्हां दा OE 85 वाला है, OE 88 वाला है, OE 90 वाला है, और बिलखुसूस PMLN मतलब बेनजीर भुट्टो नाल लेना दी लड़ाई,
ਮੀਰ ਜ਼ਫਰੁੱਲਾ ਜਮਾਲੀ ਨਾਲ ਇਹਨਾਂ ਦੀ ਲੜਾਈ, ਸ਼ੌਕਤ ਅਜ਼ੀਜ਼ ਨਾਲ ਇਹਨਾਂ ਦੀ ਲੜਾਈ, ਇਮਰਾਨ ਖਾਨ ਇਹਨਾਂ ਦੀ ਲੜਾਈ, ਯੂਸਫ ਰਜ਼ਾ ਗਿਲਾਨੀ ਨਾਲ ਇਹਨਾਂ ਦੀ ਲੜਾਈ। ਤੁਸੀਂ ਜਨਰਲ ਵਜ਼ੀਰ ਸਾਹਿਬ ਨੂੰ ਲੈ ਲਓ, ਜਾਂ ਜਹਾਂਗੀਰ ਕਰਾਮਤ ਸਾਹਿਬ ਨੂੰ ਲੈ ਲਓ। ਦੇ ਬਾਰੇ ਚ ਮੈਂ ਨਾ ਹਸਨ ਮੁਰਤਜ਼ਾ ਸਾਹਿਬ ਨਾਲ ਗੱਲ ਕਰਨਾ ਚਾਹਾਂਗੀ ਕਿ ਹਸਨ ਮੁਰਤਜ਼ਾ ਸਾਹਿਬ, ਜਿਸ ਤਰ੍ਹਾਂ ਟਰੰਪ ਬਾਰ-ਬਾਰ ਕਹਿੰਦਾ, ਕੋਈ 32-33 ਦਫਾ ਉਹ ਕਹਿ ਚੁੱਕਿਆ ਕਿ ਜੀ ਮੈਂ ਪਾਕਿਸਤਾਨ ਦੀ ਤੇ ਇੰਡੀਆ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਸਾਲਿਸੀ ਦਾ ਕਿਰਦਾਰ ਅਦਾ ਕੀਤਾ ਤੇ ਜੰਗ ਰੁਕਵਾਈ ਹੈ। ਤੁਹਾਡੀ ਨਜ਼ਰ ਦੇ ਵਿੱਚ ਹਕੂਮਤ ਤੇ ਪੀਟੀਆਈ ਦੇ ਦਰਮਿਆਨ ਜਿਹੜਾ ਕੋਈ ਸਾਲਿਸੀ ਦਾ ਕਿਰਦਾਰ ਅਦਾ ਕਰ ਸਕਦਾ ਹੈ ਤੇ ਉਹ ਕੌਣ ਹੈ? ਮੇਰੇ ਖਿਆਲ ਹੈ ਇਹ ਵੀ ਲੜਾਈ ਜਿਹੜੀ ਹੈ ਨਾ, ਇਹ ਟਰੰਪ ਦੇ ਹੀ ਜ਼ਿੰਮੇ ਪਾ ਦਿਓ ਵੀ ਉਹ ਹੀ ਮੁਕਾ ਦੇਵੇ ਤੇ ਬਿਹਤਰ ਉਹੀ ਹੈ। ਕੋਈ ਹੋਰ ਪਾਕਿਸਤਾਨ ਦੇ ਅੰਦਰ ਤੇ ਮੈਨੂੰ ਕੋਈ ਐਸੀ ਕੂਵਤ ਨਹੀਂ ਨਜ਼ਰ ਆਂਦੀ ਪਈ ਕਿ ਜਿਹੜੀ ਇਸ ਮੈਂ ਮੇਰੇ ਕੋਲ ਅਲਫਾਜ਼ ਨਹੀਂ ਨੇ ਕਿ ਮੈਂ ਇਹਨਾਂ ਦੀ ਹਕੀਕਤ ਬਿਆਨ ਕਰ ਸਕਾਂ। ਅੱਛਾ ਜੀ ਇਹ ਕਿਸੇ ਐਸੇ ਬੰਦੇ ਦੀ ਗੱਲ ਪਾਓ ਜਿੰਦਾ ਆਪਣਾ ਵੀ ਕੁਝ ਨਾ ਹੋਵੇ ਜੀ। ਉਹ ਟਰੰਪ ਵੀ ਬਿਲਕੁਲ ਇੰਜ ਹੀ ਹੈ, ਸੁਬਹ ਸ਼ਾਮ ਤੇ ਉਹ ਹੀ ਮੁਕਾ ਸਕਦਾ ਹੈ ਜੀ ਇਹਨਾਂ ਦੀ, ਮੇਰੇ ਖਿਆਲ ਵਿੱਚ। ਇਹ ਤੁਸੀਂ ਤਾਂ ਬਹੁਤ ਹੀ ਲਾਈਟ ਲੈ ਲਿਆ। ਵੈਸੇ ਮਤਲਬ ਪਾਕਿਸਤਾਨ ਦੇ ਵਿੱਚ ਕੋਈ ਐਸਾ ਨਹੀਂ ਹੈਗਾ, ਇਹ ਕੰਮ ਇੰਡੀਆ ਤੇ ਪਾਕਿਸਤਾਨ ਨਾਲੋਂ ਵੀ ਭਾਰਾ ਹੋ ਗਿਆ ਕਿ ਵੀ ਜੀ ਹਕੂਮਤ ਤੇ ਪੀਟੀਆਈ ਦੀ ਜਿਹੜੀ ਜੰਗ ਹੈ, ਇਹ ਲੜਾਈ ਨਹੀਂ ਖਤਮ ਹੁੰਦੀ ਪਈ। ਦੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਅਗਰ ਇਹ ਹੁੰਦੀ ਸਿਆਸੀ ਲੜਾਈ, ਅਸੀਂ ਯਕੀਨਨ ਸਾਰੀ ਕੌਮ ਕੋਸ਼ਿਸ਼ ਕਰਦੇ ਤੇ ਹੋ ਜਾਂਦੀ। ਸਰ ਰਵੱਈਏ ਦੀ ਗੱਲ ਹੁੰਦੀ ਹੈ, ਜਦੋਂ ਤੁਹਾਡੇ ਰਵੱਈਏ ਹੋਣ, ਅਗਰ ਤੁਸੀਂ ਕਿਸੇ ਦੇ ਹਰ ਚੀਜ਼ ਤੇ ਤਨਕੀਦ ਕਰਨੀ ਹੈ, ਗਾਲਮ ਗਲੋਚ ਕਰਨੀ ਹੈ, ਦੱਸੋ ਕੌਣ ਆਦਮੀ ਹੈ ਜਿਹੜਾ ਉਸ ਲੜਾਈ ਦੇ ਵਿੱਚ ਵੜ ਸਕਦਾ ਹੈ? ਉਹ ਮੈਂ ਇੱਥੇ ਟੀਵੀ ਚੈਨਲ ਤੇ ਬਹਿ ਕੇ ਨਹੀਂ, ਅਗਰ ਅਸੀਂ ਅਲੱਗਾ ਬੈਠੇ ਗੱਪਸ਼ਪ ਕਰ ਰਹੇ ਹੁੰਦੇ ਤੇ ਮੈਨੂੰ ਇੱਕ ਇਤਨਾ ਪਿੰਡ ਦਾ ਵਾਕਿਆ ਯਾਦ ਆਈ ਕਿ ਮੈਂ ਉਹ ਸੁਣਾਉਂਦਾ ਜਿਹੜਾ ਕਿ ਟੀਵੀ ਤੇ ਮੈਂ ਸੁਣਾ ਨਹੀਂ ਸਕਦਾ, ਤੇ ਤੁਸੀਂ ਕਹਿੰਦੇ ਕਿ ਵਾਕਿਆ ਹੀ ਇਹਦੀ ਅਕਾਸੀ ਕਰ ਰਿਹਾ। ਇੱਥੇ ਤੇ ਉਹ ਹਸ਼ਰ ਬਣਿਆ ਪਿਆ ਵੀ ਤੁਸੀਂ ਕੋਈ ਬੰਦਾ ਅਗਰ ਛੁਡਾਣ ਚਲਾ ਜਾਏ ਨਾ, ਉਹਨੂੰ ਛੱਡ ਕੇ ਉਹਨੂੰ ਸ਼ੁਰੂ ਹੋ ਜਾਣਾ ਨੇ। ਅੱਛਾ ਹਾਂਜੀ, ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਇਹ ਗ੍ਰਿਫਤਾਰੀਆਂ, ਇੱਕ ਤਾਂ 5 ਅਗਸਤ ਜਿਹੜੀ ਕਾਲ ਸੀ ਇhtਜਾਜ ਵਾਲੇ ਦਿਨ ਹੀ ਜਿਹੜਾ ਨਾ ਉਹ ਨਾਅਹਲ ਕਰ ਦਿੱਤਾ, ਤਕਰੀਬਨ ਕੁਝ 9 ਜਿਹੜੇ ਨੇ ਅਰਕਾਨ ਪਾਰਲੀਮੈਂਟ ਉਹਨਾਂ ਨੂੰ ਨਾਅਹਲ ਕੀਤਾ ਗਿਆ। ਇਸ ਤਰ੍ਹਾਂ ਦੇ ਜਿਹੜੇ ਰੱਦੇ ਅਮਲ ਨੇ ਇਹ ਕੀ ਤਾਸੁਰ ਦੇਣਗੇ ਸਿਆਸਤ ਦੇ ਉੱਤੇ, ਪੀਟੀਆਈ ਦੇ ਉੱਤੇ, ਫਿਰ ਲੌਂਗ ਟਰਮ ਪੀਰੀਅਡ ਵਾਸਤੇ? ਫਿਰ ਹੋ ਸਕਦਾ ਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਮੁਕੰਮਲ ਤੌਰ ਤੇ ਹੀ ਪੀਟੀਆਈ ਨੂੰ ਸਾਈਡਲਾਈਨ ਕਰ ਦਿੱਤਾ ਜਾਵੇ। ਦੇਖੋ ਮੈਂ ਤੁਹਾਨੂੰ ਇਸੇ ਲਈ ਅਰਜ਼ ਕੀਤੀ ਹੈ ਕਿ ਰਵੱਈਏ ਸਿਆਸੀ ਹੋਣੇ ਚਾਹੀਦੇ ਨੇ। ਅਗਰ ਸਜ਼ਾਵਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ, ਅਦਾਲਤਾਂ ਨੂੰ ਵੀ ਪੋਲੀਟੀਸਾਈਜ਼ ਕਰ ਰਹੇ ਹੋ, ਅਦਾਲਤਾਂ ਨੂੰ ਵੀ ਤੁਸੀਂ ਉਹਦੇ ਵਿੱਚ ਇਨਵੋਲਵ ਕਰ ਰਹੇ ਹੋ, ਤੁਹਾਡੇ ਇਦਾਰੇ ਵੀ ਤਬਾਹ ਹੋ ਰਹੇ ਨੇ, ਤੁਹਾਡੀ ਫੌਜ ਅਫਵਾਜੇ ਪਾਕਿਸਤਾਨ ਜਿਹਨੇ ਇੰਨੀ ਵੱਡੀ ਜੰਗ ਜਿੱਤ ਲਈ ਹੈ, ਤੁਸੀਂ ਉਸ ਅਫਵਾਜੇ ਪਾਕਿਸਤਾਨ ਨੂੰ ਵੀ ਰਗੜ ਰਹੇ ਹੋ। ਇਹ ਸਾਰੀਆਂ ਚੀਜ਼ਾਂ ਖਤਮ ਹੋ ਰਹੀਆਂ ਨੇ। ਤੁਸੀਂ ਇਹਨਾਂ ਨੂੰ ਮਜ਼ਬੂਤ ਕਰੋ, ਹਰ ਇਦਾਰਾ ਆਪਣੀ ਆਪਣੀ ਡੋਮੇਨ ਵਿੱਚ ਰਹਿ ਕੇ ਕੰਮ ਕਰੇ, ਪਾਰਲੀਮਾਨ ਦੀ ਸੁਪਰਮੇਸੀ ਨੂੰ ਸਾਰੇ ਤਸਲੀਮ ਕਰਨ, ਸਿਆਸੀ ਨਿਜ਼ਾਮ ਸ਼ਫਾਫ ਹੋਣਾ ਚਾਹੀਦਾ ਹੈ, ਤੁਹਾਡੇ ਇੰਤਖਾਬਾਤ ਸ਼ਫਾਫ ਹੋਣੇ ਚਾਹੀਦੇ ਨੇ, ਤੁਹਾਡਾ ਇਲੈਕਸ਼ਨ ਕਮਿਸ਼ਨ ਗੈਰ ਮੁਤਨਾਜ਼ਿਆ ਹੋਣਾ ਚਾਹੀਦਾ ਹੈ। ਸਾਡੇ ਕਰਨ ਵਾਲੇ ਤੇ ਇਹ ਕੰਮ ਸਨ, ਅਸੀਂ ਹੁਣ ਸ਼ੁਰੂ ਹੋ ਗਏ ਹਾਂ ਵੀ ਕੋਈ ਅਦਾਲਤ ਸਜ਼ਾ ਕਰੇ, ਮੈਨੂੰ ਅਗਰ ਸਜ਼ਾ ਹੁੰਦੀ ਹੈ ਤੇ ਮੈਂ ਕਹਿਣਾ ਜੀ ਗਲਤ ਹੋ ਗਈ ਹੈ, ਦੂਸਰਾ ਕਹਿਣਾ ਠੀਕ ਹੋ ਗਈ ਹੈ, ਜਿਹੜਾ ਕਿ ਬਿਲਕੁਲ ਮੁਨਾਸਿਬ ਨਹੀਂ ਹੈ। ਅਗਰ ਸਜ਼ਾ ਕਿਸੇ ਕ੍ਰਾਈਮ ਵਿੱਚ ਹੁੰਦੀ ਹੈ, ਕਿਸੇ ਕ੍ਰਿਮੀਨਲ ਕੇਸ ਵਿੱਚ ਹੁੰਦੀ ਹੈ, ਤੇ ਸਾਨੂੰ ਉਹਨੂੰ ਤੇ ਸਿਆਸਤ ਨੂੰ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਸਿਆਸਤ ਦੇ ਅੰਦਰ ਅਗਰ ਅਸੀਂ 9 ਮਈ ਦੇ ਵਾਕਿਆਤ ਨੂੰ ਵੀ ਸਿਆਸੀ ਬਣਾ ਦਈਏ ਕਿ ਉਹ ਸਿਆਸੀ ਵਿਕਟਮਾਈਜ਼ੇਸ਼ਨ, ਪੋਲੀਟੀਕਲ ਵਿਕਟਮਾਈਜ਼ੇਸ਼ਨ ਦੀ ਬੁਨਿਆਦ ਤੇ ਕੀਤਾ ਜਾ ਰਿਹਾ, ਤੇ ਫਿਰ ਅਸੀਂ ਗਲਤ ਪਾਸੇ ਜਾਵਾਂਗੇ। ਸਾਨੂੰ ਇਹ ਤਫਰੀਕ ਕਰਨੀ ਪਏਗੀ ਕਿ ਇਹ ਕ੍ਰਿਮੀਨਲ ਕੇਸਿਸ ਨੇ, ਇਹ ਸਾਡੇ ਸਿਆਸੀ ਇੰਤਕਾਮੀ ਕਾਰਵਾਈ ਹੈ। ਅਸੀਂ ਹਰ ਚੀਜ਼ ਨੂੰ ਇੱਕ ਹੀ ਡਾਂਗ ਥੱਲੇ ਦਿੱਤਾ ਹੋਇਆ ਹੈ, ਜਿਹੜਾ ਕਿ ਬਿਲਕੁਲ ਮੁਨਾਸਿਬ ਨਹੀਂ ਹੈ। ਅਸੀਂ ਅਨਾਰਕੀ ਔਰ ਇੰਤਸ਼ਾਰ ਵੱਲ ਵੱਧ ਰਹੇ ਹਾਂ। ਮੈਂ ਤੁਸੀਂ ਬੜੀ ਬਿਹਤਰੀਨ ਗੱਲ ਕਰ ਰਹੇ ਹੋ। ਵੈਸੇ ਮੈਨੂੰ ਥੋੜਾ ਟਾਈਮ ਹੋਰ ਚਾਹੀਦਾ ਹੋਏਗਾ, ਲੇਕਿਨ ਮੈਂ ਕਿਉਂਕਿ ਬ੍ਰੇਕ ਲੈਣੀ ਹੈ, ਇੱਕ ਬ੍ਰੇਕ ਤੋਂ ਮੈਂ ਫੌਰਨ ਬਾਅਦ ਆ ਕੇ ਗੱਲਬਾਤ ਆਪਾਂ ਇੱਥੇ ਸ਼ੁਰੂ ਕਰਦੇ, ਕਿਉਂਕਿ ਮੈਨੂੰ ਰਾਣਾ ਮੁਹੰਮਦ ਅਰਸ਼ਦ ਸਾਹਿਬ ਨੂੰ ਵੀ ਜੁਆਇਨ ਕਰਨਾ ਹੈ ਬ੍ਰੇਕ ਤੋਂ ਬਾਅਦ। ਨਾਜ਼ਰ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਹੈ। वेलकम बैक नाजरीन, और राना मोहम्मद अरशद साहब मेरे साथ मौजूद ने, रहनुमा मुस्लिम लीग नून। उन्होंने पॉइंट ऑफ व्यू भी लेने आ कि बल्कि उन्होंने को पूछांगी मैं
कि ਜਿਹੜਾ ਮਰੀਮ ਸਾਹਿਬਾ ਨੇ ਜਿਹੜਾ ਬਿਆਨ ਦਿੱਤਾ ਹੈ ਆਈਜੀ ਸਾਹਿਬ ਕੋਲੋਂ ਹੱਸ ਕੇ ਪੁੱਛਣਾ ਔਰ ਪੁਲਿਸ ਤਾਇਨਾਤ ਕਰ ਦੇਣਾ, ਬਲਕਿ ਇਹਨਾਂ ਦੀ ਜ਼ਬਾਨੀ ਇਹ ਪੁੱਛਦੇ ਆ ਕਿ ਕੱਲ ਪੀਟੀਆਈ ਦਾ ਜਿਹੜਾ ਇਹਤਜਾਜ ਹੋਇਆ ਉਹ ਰਿਕਾਰਡ ਹੋਇਆ, ਹਸਨ ਮੁਰਤਜ਼ਾ ਵਾਲੀ ਗੱਲ ਤਰ੍ਹਾਂ ਕਿ ਰਿਕਾਰਡ ਹੋਇਆ ਕਿ ਨਹੀਂ ਹੋਇਆ। ਰਾਣਾ ਸਾਹਿਬ ਵੈਲਕਮ ਕਰਦੇ ਜੀ ਪ੍ਰੋਗਰਾਮ ਦੇ ਵਿੱਚ। ਜੀ ਬਿਸਮਿਲ੍ਲਾ, ਮਿਹਰਬਾਨੀ। ਮੈਨੂੰ ਲੱਗਦਾ ਤੁਸੀਂ ਕਿਤੇ ਵਿਆਹ ਤੇ ਚੱਲੇ ਆ, ਵੈਸੇ ਅੱਜ ਤੁਸੀਂ ਬੜਾ ਕੋਈ ਸੂਟ ਕੱਢ ਕੇ ਪਾਇਆ ਹੋਇਆ ਹੈ। ਨਹੀਂ ਜੀ, ਤੁਹਾਡਾ ਹੁਕਮ ਮਿਲਿਆ ਤੇ ਸਿੱਧੇ ਹੋ ਗਏ ਜੀ, ਕੋਈ ਵਿਆਹ ਤੇ ਨਹੀਂ ਚੱਲੇ, ਆਵਾਮ ਦੇ ਵਿੱਚ ਹੀ ਮਿਲ ਰਹੇ ਸਾਂ, ਟੈਲੀਫੋਨ ਸੁਣ ਰਹੇ ਸਾਂ ਤੇ ਤੁਹਾਡਾ ਆਰਡੀਨੈਂਸ ਜਾਰੀ ਹੋਇਆ ਤੇ ਅਸੀਂ ਜਨਾਬ ਸਿੱਧੇ ਹੋ ਗਏ ਕਿ ਤੁਹਾਨੂੰ ਤੁਹਾਡੇ ਹੁਕਮ ਦੀ ਤਾਮੀਲ ਕਰੀਏ। ਚਲੋ ਜੀ, ਜ਼ਬਰਦਸਤ ਹੋ ਗਿਆ। ਅੱਛਾ ਮੈਨੂੰ ਰਾਣਾ ਸਾਹਿਬ ਇਹ ਦੱਸੋ, ਕੱਲ ਦਾ ਜਿਹੜਾ ਪੀਟੀਆਈ ਦਾ ਇਹਤਜਾਜ ਹੈ कैसा रहा फिर? बिस्मिल्लाह रहमान रहीम। देखो जी, एहतजाज करना तो हर पोलीटिकल पार्टी का हक है, लेकिन मैनू नहीं समझ आई कि एहतजाज कित्थे सी। मैं कल सारा दिन लाहौर सा, और क्योंकि पंजाब असैम्बली का अजलास जिहड़ा सी वो इस्तेहसाले मकबूजा कश्मीर के टॉपिक तो स्पैशल रखिया सी। साडे लीडर मियां नवाज साहब की भी डायरैक्शन सी, और मैं समझना वा साडे सारे हुकूमती इतिहादी जिहड़े ने असीं सारे मिल के एक कल का इजलास सी जिहदा 1 पॉइंट एजेंडा सी कि 5 अगस्त 2019 ਨੂੰ ਮਕਬੂਜ਼ਾ कश्मीर ਦੇ ਨਾਲ ਜਿਹੜਾ ਜ਼ੁਲਮ ਹੋਇਆ ਤੇ ਉਸ ਵਕਤ ਦੀ ਹਕੂਮਤ ਨੇ ਕੀ ਕੀਤਾ ਸੀ, ਉਹ ਸਾਡਾ ਇਸ਼ੂ ਸੀ। ਔਰ ਪੀਟੀਆਈ ਦੇ ਮੈਂਬਰਾਂ ਬਿਲਕੁਲ ਕੋਈ 65-70 ਮੌਜੂਦ ਸਨ। ਐਡਵਾਈਜ਼ਰੀ ਕਾਉਂਸਲ ਦੀ ਮੀਟਿੰਗ ਹੁੰਦੀ ਹੈ, ਉਹਨਾਂ ਸਾਨੂੰ ਦੱਸਿਆ ਹੈ ਕਿ ਜੀ ਅਸੀਂ ਲਾਹੌਰ ਜਿਹੜੀ ਦਫਾ 127 ਲੱਗੀ ਹੈ ਤੇ ਅਸੀਂ ਇੱਕ ਰੈਲੀ ਕੱਢ ਰਹੇ ਸਾਂ ਤੇ ਸਾਡੇ ਕੋਲ 7-8 ਬੰਦੇ ਫੜੇ ਗਏ ਨੇ। ਅਸੀਂ ਕਿਹਾ ਜੀ ਛੁਡਵਾ ਦਿੰਦੇ ਹਾਂ। ਉਹਨਾਂ ਦੇ ਬੰਦੇ ਛੁਡਵਾਤੇ, ਸਾਨੂੰ FIR ਨਹੀਂ ਆਉਣ ਦਿੱਤੀ। ਇੱਕ ਜਗ੍ਹਾ ਤਾਂ ਉਹਨਾਂ ਦੱਸਿਆ, ਔਰ ਅਹਿਮਦ ਭੱਟੀ ਸਾਹਿਬ ਸਾਨੂੰ ਉਹਨਾਂ ਦੇ ਹਲਕੇ ਦੇ ਵਿੱਚ ਡਿਫੈਂਸ ਵਾਲੀ ਸਾਈਡ ਤੇ ਕਿ ਅਸੀਂ ਉੱਥੇ ਰੈਲੀ ਕੱਢੀਏ, ਤੇ ਬਾਕੀ ਤੇ ਪੂਰੇ ਲਾਹੌਰ ਚ ਅਗਰ ਕੋਈ ਰੈਲੀ ਨਿਕਲੀ ਹੈ ਤੇ ਤੁਹਾਡਾ ਕੈਮਰਾਮੈਨ ਮੇਰੇ ਤੋਂ ਬਿਹਤਰ ਦੱਸ ਸਕਦਾ, ਤੁਹਾਡੇ ਜ਼ਿਲ੍ਹੀ ਰਿਪੋਰਟਰ हुकूमत कैमरामैन हुकूमत ਤੁਹਾਨੂੰ ਪਤਾ ਹੀ ਹੈ ਰਾਣਾ ਸਾਹਿਬ। ਫਿਰ ਤੁਸੀਂ ਕਹਿੰਦੇ ਆ ਕਿ ਮੈਂ ਬੋਲਦੀ ਜ਼ਿਆਦਾ, ਕਿਨਾਂ ਦੇ ਕੈਮਰਾਮੈਨ ਕੋਈ ਬਾਹਰ ਨਿਕਲਣ ਦਈਏ ਤਾਂ ਪਤਾ ਚੱਲੇ ਨਾ, ਸਾਨੂੰ ਵੀ ਨਹੀਂ ਨਿਕਲਣ ਦਿੰਦੇ ਬਾਹਰ ਨੂੰ। ਬਹਰਹਾਲ ਮੈਂ ਮੁਰਤਜ਼ਾ ਸਾਹਿਬ ਗੱਲ ਕਰ ਰਹੇ, ਮੁਰਤਜ਼ਾ ਸਾਹਿਬ ਨੇ ਗੱਲ ਕੀਤੀ ਸੀ ਬ੍ਰੇਕ ਤੋਂ ਪਹਿਲੇ। ਹੋਇਆ ਤੁਹਾਨੂੰ ਵੀ ਕਿਸੇ ਨੇ ਨਿਕਲਣ ਦਿੱਤਾ? ਨਾ ਸਾਨੂੰ ਵੀ ਮੈਨੂੰ ਜਦੋਂ ਮੈਨੂੰ ਨਿਕਲਣ ਦੇ ਦਿੱਤਾ ਨਾ ਉਹ ਬੜਾ ਮਸਲਾ ਬਣ ਜਾਏਗਾ ਫਿਰ। ਅੱਛਾ ਹਸਨ ਮੁਰਤਜ਼ਾ ਸਾਹਿਬ, ਤੇ ਰੋਡ ਤੇ ਟ੍ਰੈਫਿਕ ਚੱਲ ਰਹੀ ਸੀ ਤੇ ਇਹ ਜ਼ੁਲਮ ਜਿਹੜਾ ਹੋਇਆ ਹੈ ਬੰਗਲਾਦੇਸ਼ 'ਚ ਹੋਇਆ ਹੈ ਜਾਂ ਮਕਬੂਜ਼ਾ ਕਸ਼ਮੀਰ 'ਚ ਹੋਇਆ ਹੋਏਗਾ, ਇੱਥੇ ਤੇ ਲਾਹੌਰ ਤੇ ਨਹੀਂ ਤੇ ਹੋਇਆ। ਮੈਂ ਤੁਹਾਨੂੰ ਫਾਈਂਡਿੰਗਸ ਦਾ ਜਵਾਬ ਦੇਣੀ ਹੈ। ਹਸਨ ਮੁਰਤਜ਼ਾ ਸਾਹਿਬ, ਮੈਂ ਤੁਹਾਡੇ ਕੋਲ ਪੁੱਛਣਾ ਚਾਹਨੀ ਆ ਕਿ ਤੁਸੀਂ ਬ੍ਰੇਕ ਤੋਂ ਪਹਿਲੇ ਇੱਕ ਗੱਲ ਕਰ ਰਹੇ ਸੀ ਕਿ ਇੰਤਕਾਮੀ ਜਿਹੜਾ ਨਾ ਉਹ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਨਹੀਂ ਲੱਗਦਾ ਕਿ ਹਕੂਮਤ ਦੇ ਮਾਬੈਨ ਤੇ ਤਹਿਰੀਕੇ ਇਨਸਾਫ ਦੇ ਦਰਮਿਆਨ ਕੋਈ ਇੰਤਕਾਮੀ ਕਾਰਵਾਈਆਂ ਚੱਲਦੀਆਂ ਪਈਆਂ, ਇਹ ਸਿਆਸਤ ਨਹੀਂ ਚੱਲਦੀ ਪਈ? ਮੈਂ ਹਸਨ ਮੁਰਤਜ਼ਾ ਸਾਹਿਬ ਤੁਹਾਡੇ ਕੋਲ ਪੁੱਛਦੀ ਪਈ ਹਾਂ। ਦੇਖੋ ਜੀ, ਇਹ ਦੋ ਪਾਰਲੀਮੈਂਟੇਰੀਅਨ ਤੁਹਾਡੇ ਕੋਲ ਬੈਠੇ ਨੇ, ਇੱਕ ਕਹਿ ਰਿਹਾ ਹੈ ਕਿ ਮੈਂ ਕੱਲ ਇਜਲਾਸ ਦੇ ਵਿੱਚ ਕੁਝ ਬੰਦੇ ਫੜੇ ਗਏ ਸਨ, ਉਹਨਾਂ ਨੂੰ ਛਡਾ ਦਿੱਤਾ ਹੈ। ਉਹ ਤੇ ਪਾਰਲੀਮੈਂਟੇਰੀਅਨ ਨੇ ਉਹਨਾਂ ਛਡਾ ਦਿੱਤਾ। ਮੈਂ ਐਸੀ ਗੱਲ ਕਰਕੇ ਤੇ ਮੈਨੂੰ ਤੇ ਛਡਾਉਣ ਵਾਲਾ ਵੀ ਕੋਈ ਨਹੀਂ। ਮੈਨੂੰ ਜ਼ਰੂਰਤ ਕਿਹੜੀ ਹੈ ਮੈਂ ਐਡਾ ਵੱਡਾ ਮੈਂ ਪੰਗਾ ਲੈ ਲਵਾਂ? ਮੈਨੂੰ ਨਹੀਂ ਚਾਹੀਦਾ। ਇਹ ਤੁਸੀਂ ਇਹਨਾਂ ਦੋਨਾਂ ਦੀ ਗੱਲ ਕਰਾਓ ਕਿ ਫੜਿਆ ਕੌਣ ਗਿਆ ਤੇ ਛੁੱਟਿਆ ਕੌਣ ਗਿਆ। ਮੈਨੂੰ ਤਾਂ ਸਿਰਫ ਇਹ ਤਸ਼ਵੀਸ਼ ਹੈ ਕਿ ਐਡਾ ਕਾਨੂੰਨ ਦੀ ਬਾਲਾਦਸਤੀ ਦੇ ਦਾਅਵੇ ਕਰਨ ਵਾਲੇ ਅਗਰ ਕੋਈ ਕ੍ਰਿਮੀਨਲ ਫੜੇ ਗਏ ਨੇ ਤੇ ਉਹਨਾਂ ਨੂੰ ਛਡਾਉਣ ਦੀ ਕੀ ਜ਼ਰੂਰਤ ਸੀ? ਐਗਜ਼ੈਕਟਲੀ ਛਡਾਉਣ ਦੀ ਕੀ ਜ਼ਰੂਰਤ ਸੀ? ਉਹਨਾਂ ਨਾਲ ਕਿਉਂ ਨਹੀਂ ਕ੍ਰਿਮੀਨਲ ਚਾਰजेस ਦੇ ਵਿੱਚ ਕਾਰਵਾਈ ਕੀਤੀ ਗਈ? ਅਗਰ ਲਾਹੌਰ ਦੇ ਸ਼ਹਿਰੀਆਂ ਨੂੰ ਜਾਂ ਦੀਗਰ ਸ਼ਹਿਰਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸੂਰਤ-ਹਾਲ ਖਰਾਬ ਕੀਤੀ ਗਈ ਹੈ ਤੇ ਫਿਰ ਤੇ ਇਹ ਗੱਲ ਹੈ ਨਾ ਕਿ ਇਹ ਰਲੇ ਹੋਏ ਨੇ, ਇਹ ਦੋਵੇਂ ਫੜੇ ਵੀ ਜਾਂਦੇ ਨੇ, ਛਡਾ ਵੀ ਲੈਂਦੇ ਨੇ ਤੇ ਸਾਡੇ ਲਈ ਬਹਿ ਕੇ ਲੜ ਲੁੜ ਲੈਂਦੇ ਨੇ। ਮੈਨੂੰ ਨਹੀਂ ਇਹਨਾਂ ਦੀ ਇਹ ਮੰਤਕ ਸਮਝ ਆਈ। ਸਾਨੂੰ ਤੇ ਜਦੋਂ ਜਨਰਲ ਜ਼ਿਆਉਲ ਹਕ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਮਾਰਦੇ ਸਨ, ਸਾਨੂੰ ਤੇ ਕੋਈ ਨਹੀਂ ਛੁਡਾਉਂਦਾ। ਸਾਡੇ ਤੇ 6-6 ਮਹੀਨੇ ਕਿਲੇ ਚ ਅਸੀਂ ਤੇ ਸੂਰਜ ਵੀ ਨਹੀਂ ਸਾਂ ਵੇਖਦੇ। ਪਤਾ ਨਹੀਂ ਇਹ ਹੁਣ ਏਡੀ ਮੁਹੱਬਤ ਕਿਵੇਂ ਹੋ ਗਈ ਵੀ ਫੜੇ ਜਾਂਦੇ ਨੇ ਫਿਰ ਇਹ ਛੁਡਾ ਵੀ ਲੈਂਦੇ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ। ਇਹ ਬਿਲਕੁਲ ਸਹੀ ਜੀ। ਇਹ ਚੀਜ਼ ਮੈਂ ਕੁਰੈਸ਼ੀ ਸਾਹਿਬ ਕੋਲੋਂ ਪੁੱਛਾਂਗੀ। ਕੁਰੈਸ਼ੀ ਸਾਹਿਬ, ਤੁਸੀਂ ਅਜੇ ਤੱਕ ਕਦੀ ਫੜੇ ਗਏ ਹੋਵੋ, ਤੁਹਾਨੂੰ ਕਿਸੇ ਨੇ ਛੁਡਾਇਆ? ਸਵਾਲ ਤੋਂ ਨਾ ਜਵਾਬ ਤੋਂ ਪਹਿਲੇ ਮੈਂ ਰਾਣਾ ਸਾਹਿਬ ਨੂੰ ਦੱਸ ਦਵਾਂ। ਰਾਣਾ ਸਾਹਿਬ ਇਹ ਹਕੂਮਤ ਦੇ ਨਾ ਅਹਿਮ ਲੋਕਾਂ 'ਚ ਇਹਨਾਂ ਦਾ ਸ਼ੁਮਾਰ ਹੈ। ਇਹ ਪਤਾ ਨਹੀਂ ਆਪਣੇ ਆਪ ਨੂੰ ਇਹਨਾਂ ਗੈਰ ਹਮ ਕਿਉਂ ਸਮਝਦੇ ਨੇ। ਕੱਲ ਲਾਹੌਰ ਦੀ ਸਿਰਫ ਲਾਹੌਰ ਸ਼ਹਿਰ ਦੀ FIR ਮੰਗਾ ਲੈਣ ਤੇ ਉਹ ਦੇਖਣ ਇਹ ਇhtਜਾਜ ਕਿੱਥੇ ਕਿੱਥੇ ਹੋਇਆ ਤੇ ਕਿੱਥੇ ਕਿੱਥੇ ਨਹੀਂ ਹੋਇਆ।
ਪਹਿਲੀ ਗੱਲ ਤੇ ਹੈ ਪਾਕਿਸਤਾਨ ਦਾ ਆਈਨ ਕਾਨੂੰਨ ਹਰ ਸ਼ਖਸ ਨੂੰ ਇਹ ਹੱਕ ਦਿੰਦਾ ਹੈ ਅਗਰ ਉਹਦੇ ਖਿਲਾਫ ਹਕੂਮਤ ਵਕਤ ਉਹਦੇ ਖਿਲਾਫ ਪ੍ਰੈਕਟੀਕਲੀ ਜ਼ੁਲਮ ਕਰ ਰਹੀ ਹੋਵੇ ਤਾਂ ਉਹ ਆਪਣਾ ਇhtਜਾਜ ਕਰੇ। ਇਹ ਮਰੀਮ ਨਵਾਜ਼ ਸਾਹਿਬਾ ਸੁਪਰੀਮ ਕੋਰਟ ਦੇ ਬਾਹਰ ਅਤਾ ਮੁਹੰਮਦ ਬੰਦਿਆਲ ਸਾਹਿਬ ਨੂੰ ਲਲਕਾਰਦੇ ਸਨ ਕੰਸਟੀਟਿਊਸ਼ਨ ਐਵਰੀ ਤੇ ਉਹ ਕੀ ਸੀ? ਇਹ ਜਦੋਂ ਨੈਬ ਤੇ ਇਹਨਾਂ ਦੀ ਪੇਸ਼ੀ ਹੁੰਦੀ ਸੀ ਨੈਬ ਕੋਰਟ ਤੇ ਉੱਥੇ ਆ ਕੇ ਲੋਕਾਂ ਦੇ ਨਾਲ ਹਮਲੇ ਕਰਦੇ ਸਨ, ਉਹ ਕੀ ਸੀ? ਉਹ ਸਜਾਦ ਅਲੀ ਸ਼ਾਹ ਦੀ ਗੱਲ ਪੁਰਾਣੀ ਹੋ ਗਈ, ਜਨਰਲ ਮੁਸ਼ਰਫ ਦੇ ਤਿਆਰੇ ਦੇ ਅਗਵਾ ਵਾਲੀ ਗੱਲ ਪੁਰਾਣੀ ਹੋ ਗਈ। ਨਹੀਂ ਜਿਹੜੀ ਵਾਰਦਾਤਾਂ ਹੋਈਆਂ ਸਨ ਉਹ ਕੀ ਸੀ? ਹੁਣ ਇਹ ਫਰਮਾਉਂਦੇ ਨੇ ਜੀ ਮੈਨੂੰ ਤਾਂ ਨਜ਼ਰ ਨਹੀਂ ਆਇਆ ਕਿਤੇ ਵੀ ਇhtਜਾਜ। ਭਾਈਜਾਨ ਪੂਰੀ ਕੌਮ ਸਰਾਪਾ ਇhtਜਾਜ ਹੈ। ਤੁਸੀਂ ਇਕਤਦਾਰ ਦੇ ਜਿਹੜੀ ਇਹ ਸੰਘਾਸਨ ਹੈ ਇਹਦੇ ਤੋਂ ਬਾਹਰ ਤੋਂ ਆਓ। ਤੁਸੀਂ ਫਾਰਮ 47 ਦੇ ਜਿਹੜੀ ਖੁਸ਼ਾਮਦਾ ਚ ਘਿਰੇ ਹੋ ਤੁਸੀਂ ਇਸ ਤੋਂ ਬਾਹਰ ਆਓ, ਤੁਹਾਨੂੰ ਫਿਰ ਪਤਾ ਚੱਲੇਗਾ ਇhtਜਾਜ ਕੀ ਕਹਿੰਦੇ ਨੇ। ਇhtਜਾਜ ਹੀ ਕਹਿੰਦੇ ਨੇ। ਬਲਕਿ ਮੈਂ ਚਾਹਾਂਗੀ ਕਿ ਜਿਹੜਾ ਕੁਐਸਚਨ ਤੁਹਾਡੇ ਕੋਲੇ ਪੁੱਛਿਆ ਸੀ ਤੇ ਮੈਂ ਹਸਨ ਮੁਰਤਜ਼ਾ ਸਾਹਿਬ ਕੋਲੇ ਪੁੱਛਿਆ ਸੀ, ਰਾਣਾ ਸਾਹਿਬ ਇਹ ਦੱਸੋ ਕਿ ਥੋੜੀ ਦੇਰ ਪਹਿਲੇ ਨਾ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਇੱਕ ਸ਼ਾਟ ਚਲਾਇਆ ਮਰੀਮ ਨਵਾਜ਼ ਸਾਹਿਬਾ ਦਾ। ਉਹਨਾਂ ਨੇ ਆਖਿਆ ਜੀ ਆਈਜੀ ਸਾਹਿਬ ਕੋਲੋਂ 2 ਦਫਾ ਪੁੱਛਿਆ, ਆਈਜੀ ਸਾਹਿਬ ਤੁਸੀਂ ਇੰਤਜ਼ਾਰ ਕਰਦੇ ਰਹੇ ਹੋ ਨਾ, ਆਵਾਮ ਫਿਰ ਨਿਕਲੀ ਨਹੀਂ, ਤੁਸੀਂ ਇੰਤਜ਼ਾਰ ਕਰਦੇ ਰਹੇ ਹੋ, ਆਵਾਮ ਫਿਰ ਨਿਕਲੀ ਨਹੀਂ। ਮੈਨੂੰ ਸਮਝ ਨਹੀਂ ਆਈ ਕਿ ਆਵਾਮ ਦੇ ਬਾਰੇ ਚ ਆਈਜੀ ਸਾਹਿਬ ਕੋ ਦਾ ਮਤਲਬ ਸਵਾਲ ਕਰਨਾ ਕੀ ਬਣਦਾ ਸੀ ਵੈਸੇ? ਨਹੀਂ ਤੇ ਹੋਰ ਇਹ ਸਵਾਲ ਤੁਹਾਡੇ ਨਾਲ ਕਰਨਾ ਹੈ? ਨਹੀਂ ਮੇਰੇ ਨਾਲ ਨਹੀਂ ਮੇਰੀ ਗੱਲ ਸੁਣੋ, ਆਵਾਮ ਨੇ ਬਾਹਰ ਨਿਕਲਣਾ ਹੈ, ਆਵਾਮ ਨੇ ਬਾਹਰ ਨਿਕਲਣਾ ਹੈ। ਨਹੀਂ ਰਾਣਾ ਸਾਹਿਬ ਐਵੇਂ ਪਤਲੀ ਗਲੀ ਚੋਂ ਨਹੀਂ ਨਿਕਲਣਾ। ਮੇਰਾ ਜਵਾਬ ਸੁਣ ਲਓ ਸਾਹਿਬ ਜੀ। ਅੱਛਾ ਦੱਸੋ। ਖੁਦ ਸਵਾਲ ਦਾ ਤੁਸੀਂ ਤੇ ਕਰੰਟ ਦਾ ਵਾਰਦ ਜਾਰੀ ਹੋ ਜਾਂਦਾ। ਗੁਜ਼ਾਰਿਸ਼ ਇਹ ਆ ਇੱਕ ਸੂਬੇ ਦਾ ਚੀਫ ਐਗਜ਼ੈਕਟਿਵ ਜਿਹਨੂੰ ਵਜ਼ੀਰ ਆਲਾ ਆਂਦੇ ਨੇ, ਅੱਛਾ ਉਹ ਪੰਜਾਬ ਦਾ ਵਜ਼ੀਰ ਆਲਾ ਵੀ ਸੇਮ ਉਹਦਾ ਹੁੰਦਾ ਹੈ, ਖੈਬਰ ਪਖਤੂਨਖਵਾ ਦਾ ਵੀ ਤੇ ਸਿੰਧ ਦਾ ਵੀ। ਜਦੋਂ ਸੂਬੇ 'ਚ ਕੁਝ ਹੁੰਦਾ ਤੇ ਚੀਫ ਐਗਜ਼ੈਕਟਿਵ ਆਪਣੇ ਆਈਜੀ ਤੇ ਆਪਣੇ ਚੀਫ ਸੈਕਟਰੀ ਨੂੰ ਪੁੱਛਦਾ ਕਿ ਲਾਅ ਆਰਡਰ ਦੀ ਸਿਚੁਏਸ਼ਨ ਕੀ ਹੈ। ਲਾਅ ਆਰਡਰ ਦੀ ਸਿਚੁਏਸ਼ਨ ਕਿੱਥੇ ਹੈ? ਬੰਬ ਕਿੱਥੇ ਫਟਿਆ ਹੈ? ਬੰਬ ਕਿੱਥੇ? ਨਹੀਂ ਲਾਅ ਆਰਡਰ ਦੀ ਸਿਚੁਏਸ਼ਨ ਕੀ ਹੈ? ਬੰਬ ਕਿੱਥੇ ਫਟਿਆ ਹੈ? ਧਮਾਕਾ ਕਿੱਥੇ ਹੋ ਗਿਆ ਹੈ? ਮੇਰੇ ਕੋਲੋਂ ਜਵਾਬ ਲੈਣਾ ਇਸ ਗੱਲ ਦਾ। ਜੀ ਤੁਸੀਂ ਦੱਸੋ। ਇਹ ਅਲਹਮਦੁਲਿਲਾ ਨਾ ਤੁਹਾਡੇ ਚੈਨਲ ਤੇ ਹੋਇਆ ਸੀ, ਨਾ ਕੱਲ ਅਸੈਂਬਲੀ 'ਚ ਹੋਇਆ, ਨਾ ਕਿਤੇ ਹੋਰ ਹੋਇਆ। ਹਰ ਜਗ੍ਹਾ ਤੇ ਸਕੂਨ ਸੀ। ਗੁਜ਼ਾਰਿਸ਼ ਹੈ ਆ ਨਹੀਂ ਨਦੀਮ ਕੁਰੈਸ਼ੀ ਸਾਹਿਬ ਮੈਨੂੰ ਤੁਸੀਂ ਜਵਾਬ ਦੇ ਦੇਣਾ। ਉਹ ਕਹਿੰਦੇ ਨੇ ਕਿ ਜੀ ਬੰਬ ਧਮਾਕਾ ਕਿਤੇ ਹੋ ਗਿਆ ਸੀ ਨਾ, ਤਾਂ ਮੈਂ ਜਵਾਬ ਪੁੱਛਿਆ ਸੀ। ਦੇਖੋ ਮੈਂ ਰਾਣਾ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, ਇਹ ਜਿਹੜੀ ਫਰਮਾ ਰਹੇ ਨੇ ਨਾ ਮਰੀਮ ਬੀਬੀ ਨੇ ਪੁੱਛਿਆ ਆਈਜੀ ਸਾਹਿਬ ਕੋਲੋਂ, ਆਈਜੀ ਸਾਹਿਬ ਪਹਿਲੇ ਇਹਨਾਂ ਦੀ ਸੁਣ ਲਓ। ਇਹਨਾਂ ਨੇ ਬਾਕੀ ਬੰਦਿਆਂ ਦਾ ਸਾਨੂੰ ਕਿਉਂ ਨਹੀਂ ਕਿਹਾ ਕਿ ਉਹ ਫੜੇ ਗਏ ਉਹਨਾਂ ਨੂੰ ਛੁਡਾਓ? ਦੇਖੋ ਨਾ ਗੱਲ ਤੇ ਇਹ ਆ, ਇਹਨਾਂ ਕਿਹਾ ਜੀ ਮਾਈਂਡ ਕੁਰੈਸ਼ੀ ਸਾਹਿਬ ਫੜੇ ਗਏ ਨੇ, ਅਸੀਂ ਕਿਹਾ ਜੀ ਬਿਲਕੁਲ ਛੁਡਵਾਣੇ ਆ। ਔਰ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਸਪੀਕਰ ਸਾਹਿਬ ਨੇ ਬੈਠਿਆਂ ਫੋਨ ਕੀਤਾ ਹੈ, ਪਾਰਲੀਮਾਨੀ ਅਮੂਰ ਦੇ ਮਿਨਿਸਟਰ ਮੀਆਂ ਮੁਸਤਫਾ ਸ਼ਾਹ ਨੇ ਕੀਤਾ ਹੈ ਕਿ ਮਸਜਿਦ ਮੈਂਬਰਾਂ ਨੇ ਇਹਨਾਂ ਨੂੰ ਰਿਲੀਜ਼ ਕਰੋ ਔਰ ਕੋਈ FIR ਨਹੀਂ ਦੇਣੀ। ਔਰ ਉਹ ਬਿਲਕੁਲ ਰਿਲੀਜ਼ ਹੋਏ। ਆਪਣਾ ਜ਼ਹੀਰ ਖੋਖਰ ਸਾਹਿਬ ਨਹੀਂ ਸਰ ਪਾਰਲੀਮੈਂਟ ਦੇ ਮੈਂਬਰ, ਬਿਲਕੁਲ ਉਹ ਵੀ 6:30 ਦੇ ਮੁਤਾਬਿਕ ਛੁੱਟ ਗਏ। ਗੁਜ਼ਾਰਿਸ਼ ਮੇਰੀ ਇਹ ਨਹੀਂ ਹੈ ਕਿ ਇਹਨਾਂ ਦੇ ਜਿਹੜੇ ਕਾਰਕੁਨ ਨੇ ਉਹ ਵੀ ਬਿਲਕੁਲ ਸਾਡੇ ਲਈ ਬੜੇ ਹੀ ਕਾਬਿਲ ਇਤਰਾਮ ਨੇ। ਅਗਰ ਕਿਸੇ ਜਗ੍ਹਾ ਤੇ ਇੰਤਜ਼ਾਮੀਆ ਨੇ ਜ਼ਿਆਦਤੀ ਕੀਤੀ ਹੈ ਤੇ ਨਹੀਂ ਸੀ ਹੋਣੀ ਚਾਹੀਦੀ, ਔਰ ਅਗਰ ਹੋਈ ਹੈ ਤੇ ਇਹਨਾਂ ਨੂੰ ਸਾਡੇ ਸਾਹਮਣੇ ਜ਼ਿਕਰ ਤਾਂ ਕਰਨਾ ਚਾਹੀਦਾ ਸੀ। ਨਹੀਂ ਤੁਸੀਂ ਜਿਹੜੀ ਗੱਲ ਕੀਤੀ ਨਾ ਵੈਸੇ ਰਾਣਾ ਸਾਹਿਬ ਤੁਸੀਂ ਚੰਗੀ ਕੀਤੀ ਹੈ ਵੈਸੇ, ਲੇਕਿਨ ਤੁਸੀਂ ਜਿਹੜੀ ਉਹ ਗੱਲ ਕੀਤੀ ਹੈ ਕਿ ਜੀ ਉਹਨਾਂ ਨੇ ਆਈਜੀ ਸਾਹਿਬ ਕੋਲ ਪੁੱਛਿਆ, ਉਹ ਗੱਲ ਠੀਕ ਨਹੀਂ ਹੈਗੀ ਕਿ ਪੁਲਿਸ ਜਿਹੜੀ ਸਾਰੀ ਬਾਹਰ ਲਾ ਦਿਓ ਤੇ ਗਿਰੇਬਾਨ ਤੋਂ ਫੜ ਕੇ ਜੀ ਬੰਦੇ ਜਿਹੜੇ ਨੇ ਉਹ ਭੇਡ ਬੱਕਰੀਆਂ ਸਮਝ ਕੇ ਡਾਲਿਆਂ 'ਚ ਤੁੰਨੇ ਜਾਓ। ਬਸ ਆਈਜੀ ਦੀ ਜ਼ਿੰਮੇਵਾਰੀ ਹੈ ਆਵਾਮ ਦੀ ਹਿਫਾਜ਼ਤ ਕਰਨਾ, ਐਂਬੂਲੈਂਸ ਦੇ ਰਾਸਤੇ ਕਲੀਅਰ ਕਰਨਾ, ਟ੍ਰੈਫਿਕ ਬਲਾਕ ਨਾ ਹੋਵੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ, ਇਹਦਾ ਜ਼ਿੰਮੇਦਾਰ ਆਈਜੀ ਹੈ। ਅੱਛਾ ਜਦੋਂ ਆਵਾਮ ਵਿਚਾਰੀ ਤੇ ਐਂਬੂਲੈਂਸਾਂ ਫਸੀਆਂ ਹੁੰਦੀਆਂ, ਜਦੋਂ ਪ੍ਰੋਟੋਕੋਲ ਲੱਗੇ ਹੁੰਦੇ ਆ, ਜਦੋਂ ਪ੍ਰੋਟੋਕੋਲ ਲੱਗੇ ਹੁੰਦੇ ਉਦੋਂ ਕੀ ਹੁੰਦਾ ਹੈ? ਜਦੋਂ ਪ੍ਰੋਟੋਕੋਲ ਲੱਗੇ ਹੁੰਦੇ ਆ ਉਦੋਂ ਆਵਾਮ ਦਾ ਕੌਣ ਸੋਚਦਾ ਹੈ? ਉਹ ਆਮ ਆਦਮੀ ਦਾ ਵੀ ਇਹਤਰਾਮ ਕਰੇ ਔਰ ਉਹ ਆਵਾਮ ਦੀ ਹਿਫਾਜ਼ਤ ਵੀ ਕਰੇ, ਇਹ ਆਈਜੀ ਦੀ ਜ਼ਿੰਮੇਵਾਰੀ ਹੈ। ਨਦੀਮ ਕੁਰੈਸ਼ੀ ਸਾਹਿਬ ਤੁਸੀਂ ਗੱਲ ਦਾ ਜਵਾਬ ਦੇਣਾ ਚਾਹ ਰਹੇ ਸੀ। ਦੇਖੋ ਪਹਿਲੀ ਗੱਲ ਤੇ ਹੈ, ਮੇਰੇ ਭਾਈ ਰਾਣਾ ਅਰਸ਼ਦ ਸਾਹਿਬ ਨੇ ਦੱਸਿਆ ਸਾਨੂੰ ਸਾਰਿਆਂ ਨੂੰ ਵੀ ਕੱਲ ਯੌਮ ਇਸਤਹਿਸਾਲ ਕਸ਼ਮੀਰ ਬਣਾਇਆ ਜਾ ਰਿਹਾ ਸੀ ਪਾਕਿਸਤਾਨ 'ਚ ਨਵਾਜ਼ ਸ਼ਰੀਫ ਸਾਹਿਬ ਦੇ ਹੁਕਮ ਤੇ। ਵੈਲਨਗੁੱਡ ਜੀ ਬਹੁਤ ਅੱਛਾ, ਅਸੀਂ ਸਾਰੀ ਕੌਮ ਖੜੀ ਹੈ ਕਸ਼ਮੀਰੀ ਭੈਣ ਭਾਈਆਂ ਦੇ ਨਾਲ। ਮਕਬੂਜ਼ਾ ਕਸ਼ਮੀਰ 'ਚ ਜਿਹੜਾ ਜ਼ੁਲਮ ਹੋ ਰਿਹਾ ਅਸੀਂ ਖੜੇ ਨਾਲ। ਤੇ ਇਹਨਾਂ ਨੇ ਉਸ ਦਿਨ ਜਿਸ ਦਿਨ ਅਸੀਂ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨਾਲ ਯਕਜਹਿਤੀ ਕਰਨੀ ਸੀ, ਇਹਨਾਂ ਨੇ ਪੰਜਾਬ 'ਚ 144 ਲਾਤੀ। ਸੁਭਾਨ ਅੱਲਾ ਵੀ ਤੁਹਾਡੀ ਯਕਜਹਿਤੀ, ਸੁਭਾਨ ਅੱਲਾ ਵੀ ਤੁਹਾਡੀ ਰੈਲੀਆਂ, ਸੁਭਾਨ ਅੱਲਾ ਇੰਡੀਆ ਦੇ ਖਿਲਾਫ ਤੁਹਾਡੇ ਮੁਜ਼ਾਹਰੇ। ਦੂਸਰੀ ਗੱਲ ਮੇਰੇ ਭਾਈ ਨੇ ਕਿਹਾ ਜੀ ਆਈਜੀ ਸਾਹਿਬ ਦੀ ਜ਼ਿੰਮੇਵਾਰੀ ਸੀ, ਉਹਨਾਂ ਨੇ ਮਰੀਮ ਸਾਹਿਬਾ ਨੇ ਅਗਰ ਉਹਨਾਂ ਨੂੰ ਕਿਹਾ, ਬਿਲਕੁਲ ਬੜਾ ਇਤਮਾਦ ਹੈ ਆਈਜੀ ਸਾਹਿਬ ਤੇ ਮਰੀਮ ਸਾਹਿਬਾ ਦਾ। ਜਿਹੜਾ ਕ੍ਰਿਮੀਨਲ ਹੈ, ਡਾਕੂ ਹੈ, ਚੋਰ ਹੈ, ਦਹਿਸ਼ਤਗਰਦ ਹੈ, ਮੋਬਾਈਲ ਸਨੈਚਰ ਹੈ, ਮੋਟਰਸਾਈਕਲ ਚੋਰੀ ਕਰਦਾ, ਲੋਕਾਂ ਨੂੰ ਖਾਂਦਾ ਹੈ, ਕਬਜ਼ੇ ਕਰਦਾ, ਉਹਦੇ ਵਾਸਤੇ ਤੁਸੀਂ ਬਣਾ ਛੱਡੀ CCD। ਇਹ ਤੇ ਤੁਹਾਡਾ ਇਤਬਾਰ ਹੈ ਆਈਜੀ ਪੰਜਾਬ ਦੇ ਉੱਤੇ। ਉਹ CCD ਵੇਖੇਗੀ ਤੇ ਆਈਜੀ ਸਾਹਿਬ ਦੇਖਣਗੇ ਪੋਲੀਟੀਕਲ ਵਰਕਰ ਨੂੰ। ਰਾਣਾ ਸਾਹਿਬ ਇਹ ਇਕਤਦਾਰ ਆਉਂਦਾ ਜਾਂਦਾ ਰਹਿੰਦਾ ਹੈ,
ਇਹ ਜਿਹੜੀ ਫੋਰਸਿਸ ਨੇ ਸ਼ਾਹ ਜੀ ਨੇ ਹੁਣੀ ਕਿਹਾ ਇਹ ਜਿਹੜੀ ਫੋਰਸਿਸ ਹੁੰਦੀਆਂ ਨੇ ਇਹ ਰਿਆਸਤ ਦੀ ਮੁਲਾਜ਼ਮ ਹੁੰਦੀਆਂ ਨੇ, ਕਿਸੇ ਸਿਆਸੀ ਜਮਾਤ ਦੀ ਨਹੀਂ। ਆਈਜੀ ਪੰਜਾਬ ਅਗਰ ਕਿਸੇ ਨੂੰ ਜਵਾਬ ਦਿਆ ਤਾਂ ਰਿਆਸਤ ਪਾਕਿਸਤਾਨ ਨੂੰ ਹੈ, ਉਹ ਮੁਸਲਿਮ ਲੀਗ ਨੂਨ ਦੇ ਨਹੀਂ। ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਜ਼ੁਲਮ ਉਹਨਾਂ ਕੋਲੋਂ ਕਰਵਾਇਆ ਜਾ ਰਿਹਾ ਹੈ, ਔਰ ਜਿਵੇਂ ਪਾਕਿਸਤਾਨ ਪੰਜਾਬ ਦੀ ਪੁਲਿਸ ਨੂੰ ਲੋਕਾਂ ਦੇ ਘਰਾਂ ਤੇ ਚਾਦਰ ਚਾਰ ਦੀਵਾਰੀ ਦੇ ਤਬਾਹ ਕਰਨ ਤੇ ਇਸਤੇਮਾਲ ਕੀਤਾ ਜਾ ਰਿਹਾ। ਇਹਦੀ ਮਿਸਾਲ ਮਾਜ਼ੀ 'ਚ ਨਹੀਂ ਮਿਲਦੀ। ਮੇਰੇ ਭਾਈ ਨੇ ਹੁਣੀ ਕਿਹਾ ਕਿ ਜੀ ਲਾਹੌਰ ਤੇ ਕੁਝ ਨਹੀਂ ਹੋਇਆ। ਇਹ ਰਿਹਾਨਾ ਡਾਰ ਸਾਹਿਬਾ ਜਿਹੜੀ 75-80 ਸਾਲ ਦੀ ਖਾਤੂਨ ਨੇ, ਉਹਨਾਂ ਨੂੰ ਜਿਹੜਾ ਐਵਾਨੇ ਅਦਲ ਦੇ ਸਾਹਮਣੇ ਐਵਾਨੇ ਆਪਣਾ ਹਾਈ ਕੋਰਟ ਦੇ ਸਾਹਮਣੇ ਜਿਹੜਾ ਉਹਨਾਂ ਨੂੰ ਹਸ਼ਰ ਕੀਤਾ ਗਿਆ ਵਕਲਾ ਦੇ ਨਾਲ, ਖਵਾਤੀਨ ਦੇ ਨਾਲ, ਉਹ ਕੀ ਸੀ? ਉਹ ਕੋਈ ਪੁਰਾਣੀ ਤਸਵੀਰਾਂ ਨੇ, ਪੁਰਾਣੀ ਵੀਡੀਓਜ਼ ਨੇ। ਇਹ ਜਿਹੜੀ 10 FIR ਉਹ ਕਹਿੰਦੇ ਪਏ ਨੇ ਨਦੀਮ ਕੁਰੈਸ਼ੀ ਸਾਹਿਬ, ਰਾਣਾ ਸਾਹਿਬ ਕਹਿ ਰਹੇ ਨੇ ਕਿ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਕਰਦੇ ਪਏ ਸੀ। ਸੁਭਾਨ ਅੱਲਾਹ, ਸੁਭਾਨ ਅੱਲਾਹ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਕਰ ਰਹੇ ਸੀ। ਤੁਸੀਂ ਹਿਊਮਨ ਰਾਈਟਸ ਦੀ ਰਿਪੋਰਟ ਪੜ੍ਹੋ ਤੇ ਸਿਰਫ ਜੂਨ ਦੇ ਮਹੀਨੇ ਦਾ, ਪਿਛਲਾ ਜਿਹੜਾ ਮਹੀਨਾ ਗੁਜ਼ਰਿਆ ਜੁਲਾਈ ਦਾ, 2 ਮਹੀਨੇ ਦੀ ਤੁਸੀਂ ਪੰਜਾਬ ਦਾ ਜਿਹੜਾ ਕ੍ਰਿਮੀਨਲ ਡਾਟਾ ਉਹ ਮੰਗਾਓ। ਸਿਰਫ ਹਿਊਮਨ ਰਾਈਟਸ ਦੀ ਰਿਪੋਰਟ ਦੇ ਕੀ ਹੋਇਆ ਉੱਥੇ, ਕੀ ਕੁਝ ਨਹੀਂ ਹੋ ਰਿਹਾ। ਕੋਈ ਬੰਦਾ ਮਹਿਫੂਜ਼ ਹੈ? ਕੀ ਵਜ੍ਹਾ ਸੀ ਜੇ ਇਹਨਾਂ ਨੇ CCTV ਬਣਾਈ ਹੈ ਜੀ? ਕੀ ਵਜ੍ਹਾ ਸੀ? ਆਖਿਰ ਕੀ ਹੋ ਰਿਹਾ ਸੀ ਪੰਜਾਬ 'ਚ ਜਿਹੜਾ CCTV ਬਣਾਉਣੀ ਪਈ, ਜਿਹਦੀ ਇੰਨੀ ਐਡਵਰਟਾਈਜ਼ਮੈਂਟ ਹੋ ਰਹੀ ਹੈ, ਇੰਨੀ ਤਾਰੀਫਾਂ ਹੋ ਰਹੀਆਂ ਨੇ, ਇਹਨਾਂ ਨੂੰ ਚੁੱਕਿਆ ਜਾ ਰਿਹਾ। ਵਜ੍ਹਾ ਕੋਈ ਸ਼ਖਸ ATM ਤੋਂ ਪੈਸੇ ਲੈ ਕੇ ਨਿਕਲਦਾ ਬਾਹਰੋਂ ਮਹਿਫੂਜ਼ ਨਹੀਂ, ਕੋਈ ਸ਼ਖਸ ਆਪਣੇ ਬੱਚਿਆਂ ਨਾਲ ਗੱਡੀ ਤੇ ਜਾ ਰਿਹਾ ਮਹਿਫੂਜ਼ ਨਹੀਂ। ਇਹਨਾਂ ਨੂੰ ਚੁੱਕੇ ਇੱਕ ਫੋਬੀਆ ਹੋ ਗਿਆ। ਇੱਕ ਤਰਫ ਇਹ ਕਹਿੰਦੇ ਨੇ ਵੀ ਸਭ ਕੁਝ ਠੀਕ ਹੈ, ਦੂਸਰੀ ਤਰਫ ਇੱਕ ਸ਼ਖਸ ਜਿਹੜਾ ਕੈਦ ਜ਼ਮੀਰ ਦਾ ਕੈਦੀ ਹੈ ਇਮਰਾਨ ਖਾਨ ਜਿਹਦਾ ਨਾਮ ਹੈ, ਉਹਦੇ ਖੌਫ ਵਿੱਚ ਐਸੇ ਮੁਬਤਲਾ ਨੇ, ਇਹਨਾਂ ਨੂੰ ਰਾਤ ਖਾਬ ਵਿੱਚ ਹੀ ਆ ਕੇ ਉਹ ਬਾਂਗਾ ਦਿੰਦਾ ਕਿ ਮੈਂ ਜ਼ਿੰਦਾ ਵੀ ਹਾਂ, ਮੌਜੂਦ ਵੀ ਹਾਂ ਤੇ ਆਵਾਮ ਵੀ ਮੇਰੇ ਨਾਲ ਹੈ। ਠਹਿਰ ਜਾਓ, ਥੋੜੀ ਦੇਰ ਹੋਰ ਠਹਿਰ ਜਾਓ, ਵਕਤ ਬਦਲੇਗਾ ਇਨਸ਼ਾਅੱਲਾ ਤਾਲਾ। ਇਹ ਰਾਣਾ ਸਾਹਿਬ ਪੋਲੀਟੀਕਲ ਵਰਕਰ ਨੇ, ਇਹਨਾਂ ਨੂੰ 1999 ਯਾਦ ਹੋਏਗਾ। ਮੈਂ ਦੁਬਾਰਾ ਦੁਹਰਾ ਦਿੰਦਾ, 2002 ਚ ਜਦੋਂ ਇਲੈਕਸ਼ਨ ਹੋਇਆ ਸੀ ਨਾ ਜੀ, ਜਿਹੜੇ ਮੁਸਲਿਮ ਲੀਗ ਨੂਨ 1999 ਚ 2/3 ਅਕਸਰੀਅਤ ਰੱਖਦੀ ਸੀ। ਜਨਰਲ ਮੁਸ਼ਰਫ ਦੇ ਦੌਰ ਜਿਹੜਾ ਇਲੈਕਸ਼ਨ ਹੋਇਆ, PMLN ਕੋਲ ਕੈਂਡੀਡੇਟ ਨਹੀਂ ਸੀ, ਨਾ ਬਲੋਚਿਸਤਾਨ 'ਚ ਕੋਈ ਕੈਂਡੀਡੇਟ ਸੀ, ਨਾ ਸਿੰਧ 'ਚ ਸੀ, ਨਾ KP ਸੀ। ਪੰਜਾਬ 'ਚ 17 MNA ਬਣੇ ਸਨ, ਇਹਨਾਂ ਦੇ ਸਾਰੇ 2/3 ਅਕਸਰੀਅਤ ਸਿਰਫ 1.5 ਸਾਲ 'ਚ 17 MNA ਤੇ ਆ ਗਈ ਸੀ। ਤਹਿਰੀਕ ਇਨਸਾਫ ਤੇ ਅੱਜ ਵੀ 100 ਤੋਂ ਜ਼ਿਆਦਾ MNA ਦੀ ਸੀਟਾਂ ਰੱਖਦੀ ਹੈ। 100 ਤੋਂ ਜ਼ਿਆਦਾ MPA ਬੈਠੇ ਨੇ ਫਾਰਮ 47 ਦੇ ਸ਼ਦੀਦ ਤਰੀਨ ਵਾਰ ਹੋਣ ਦੇ ਬਾਵਜੂਦ। ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਬੈਠੇ ਨੇ। ਇਹ TV ਸਕਰੀਨ ਕੰਟਰੋਲ ਕਰਕੇ ਸਮਝਦੇ ਨੇ ਵੀ ਸਭ ਕੁਝ ਅੱਛਾ ਹੀ ਹੈ। ਇਹ ਜਦੋਂ 150 ਪੈਟਰੋਲ ਸੀ, ਇਹ ਬੜੇ ਨਾਰੇ ਮਾਰਦੇ ਸਨ ਮਹਿੰਗਾਈ ਹੈ। ਹੁਣ 350 ਦਾ ਪੈਟਰੋਲ ਹੈ। ਹੁਣ ਇਹਨਾਂ ਨੂੰ ਪਤਾ, ਜਦੋਂ ਚੀਨੀ 80 ਰੁਪਏ ਸੀ ਇਹ ਨਾਰੇ ਮਾਰਦੇ ਸੀ ਚੀਨੀ ਮਹਿੰਗੀ ਹੋ ਗਈ, ਜ਼ੁਲਮ ਹੋ ਰਿਹਾ, ਚੀਨੀ ਮਾਫੀਆ। ਹੁਣ ਤੇ ਚੀਨੀ ਮਾਫੀਆ ਵੀ ਤੇ ਸਾਰੀ ਮਾਫੀਆ ਦੇ ਆਪਣੇ ਅੰਡਰ ਨੇ। ਹੁਣ 200 ਰੁਪਏ ਚੀਨੀ ਹੈ। ਉਸ ਐਵੇਂ ਕਹਿੰਦੇ ਸੀ ਜੀ ਆਮ ਆਦਮੀ ਦੀ ਜ਼ਿੰਦਗੀ ਕਿਵੇਂ ਗੁਜ਼ਰੇਗੀ। ਸ਼ਬਾਜ਼ ਸ਼ਰੀਫ ਸਾਹਿਬ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਬਿਜਲੀ ਦਾ ਬਿੱਲ ਆਉਂਦਾ। ਹੁਣ ਤੇ ਬਿਜਲੀ ਦਾ ਡੋਮੈਸਟਿਕ ਯੂਨਿਟ ਆ ਗਿਆ 40 ਰੁਪਏ ਦਾ, ਕਮਰਸ਼ੀਅਲ ਆ ਗਿਆ 80 ਰੁਪਏ ਦਾ। ਉਹ ਜਿਹੜਾ ਸੋਲਰ ਅੱਲਾਹ ਤਾਲਾ ਨੇ ਸਾਨੂੰ ਲਾਈਟ ਦੇਣੀ ਹੈ, ਉੱਤੋਂ ਸੂਰਜ ਨੇ ਸਾਨੂੰ ਬਿਜਲੀ ਦੇਣੀ, ਉਹਦੇ ਤੇ ਵੀ ਟੈਕਸ ਲਾਤਾ। ਵੈਸੇ ਤੁਸੀਂ ਸਵਾਲ ਚੰਗੇ ਕਰਦੇ ਆ। ਵੈਸੇ ਕਿਰਨ ਦਿਨ ਤੁਸੀਂ ਮੇਰੇ ਖਿਆਲ 'ਚ ਤੁਹਾਨੂੰ ਐਂਕਰ ਵੀ ਹੋਣਾ ਚਾਹੀਦਾ ਹੈ। ਰਾਣਾ ਸਾਹਿਬ ਉਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਕੋਲ ਪੁੱਛਣੀਆਂ ਸੀ ਤੇ ਉਹ ਨਦੀਮ ਸਾਹਿਬ ਨੇ ਖੁਦ ਹੀ ਪੁੱਛ ਲਈਆਂ ਨੇ। ਕੀ ਫਿਰ ਹੁਣ ਦਾ ਮਰੀਮ ਨਵਾਜ਼ ਸਾਹਿਬ ਵੀ ਕਲੇਮ ਕਰਦੇ ਨੇ, ਹੁਕੂਮਤ ਵੀ ਕਲੇਮ ਕਰਦੀ ਹੈ ਕਿ ਜਿਹੜਾ ਅੱਜ ਦਾ ਪਾਕਿਸਤਾਨੀ ਹੈ ਇਹ ਬੜਾ ਖੁਸ਼ਹਾਲ ਹੈ, ਇਹਦੀ ਜ਼ਿੰਦਗੀ ਬੜੀ ਅੱਛੀ ਗੁਜ਼ਰ ਰਹੀ ਹੈ, ਮਹਿੰਗਾਈ ਕੋਈ ਨਹੀਂ ਹੈਗੀ। ਲੇਕਿਨ ਮਹਿੰਗਾਈ ਦੇ ਬੋਝ ਤਲੇ ਜਿੰਨਾ ਹੁਣ ਬੰਦਾ ਡੁੱਬਿਆ ਪਿਆ ਇਹਨਾਂ ਪਹਿਲੇ ਨਹੀਂ ਸੀ ਹੈਗਾ ਜੀ। ਠੀਕ ਹੋ ਗਿਆ। ਅੱਜ ਅਗਰ ਮਰੀਮ ਨਵਾਜ਼ ਸਾਹਿਬਾ ਮੇਰਾ ਘਰ ਮੇਰੀ ਛੱਤ ਦੀ ਇਨੈਗੋਰੇਸ਼ਨ ਕਰ ਰਿਹਾ ਸੀ ਤੇ ਉੱਥੇ 16,000 ਲੋਕਾਂ ਨੂੰ 15 ਲੱਖ ਰੁਪਈਆ ਕਰਜ਼ੇ ਦੇ ਕੇ ਉਹਦੇ ਘਰ ਮੁਕੰਮਲ ਹੋ ਗਏ ਸਨ, ਆਪਣੇ ਘਰਾਂ ਸ਼ਿਫਟ ਹੋਏ ਨੇ। ਅਸੀਂ ਐ ਨਹੀਂ ਸੀ ਆਵਾਜ਼ 15 ਲੱਖ ਰੁਪਈਆ ਆਪਣੀ ਜੇਬ 'ਚ ਦਿੱਤਾ ਸੀ। ਘਰ ਬਣਾਏ 15 ਲੱਖ ਰੁਪਈਆ ਜੇਬ 'ਚ ਦਿੱਤਾ ਹੈ। नियाजी साहब ने वो घर बनाए आसमान पर, जो रोजे मैशर के बाद ही सब जाएंगे, या ऊपर जाएंगे या नीचे जाएंगे। वो 50 लाख तो घर नजर ना आए। और जब पाकपतन में वो कौन था DPO जिसने रोका था नाके पर खतूने अवल के बच्चों को, तो वो DPO फारिग हो गया था। कंपैरिजन करें हमारा उन लोगों से। ਇਹਨਾਂ ਨੂੰ ਪਾਣੀ ਪਿਲਾਓ, ਪਾਣੀ ਪਿਲਾਓ ਰਾਣਾ ਸਾਹਿਬ ਨੂੰ। ਨਾਲ ਇਹਨਾਂ ਨੂੰ ਬੈਠ ਕੇ ਦੋ ਬਲੱਡ ਪ੍ਰੈਸ਼ਰ ਦੀ 100 ਰੁਪਏ ਦਾ ਮਨ ਆਟਾ ਸੀ। ਓਏ ਅੱਜ 3200 ਦਾ ਮਨ ਆਟਾ ਹੈ। ਖੁਦਾ ਦਾ ਖੌਫ ਖਾਓ। ਕਿਸਾਨ ਨੂੰ ਪੁੱਛ ਕੇ ਦੇਖੋ, ਕਿਸਾਨ ਨੇ ਕਿ ਮਾਈਕ ਕਰੋ ਗਾਲਾਂ ਕੱਢਦਾ ਹੈ, TV ਤੇ ਚਲਾ ਨਹੀਂ ਸਕਦੇ। ਟਮਾਟਰ ਤੇ ਆਲੂ ਦੇ ਰੇਟ ਦਾ ਮੇਰੇ ਨਾਲ ਕੀ ਤਾਲੁਕ ਹੈ? ਅੱਜ 50 ਰੁਪਏ ਕਿਲੋ ਟਮਾਟਰ ਹੈ। ਅੱਜ 60 ਰੁਪਏ 50 ਰੁਪਏ ਕਿਲੋ। ਇੱਕ ਮਿੰਟ ਤੁਸੀਂ ਕੀ ਕਿਹਾ? 50 ਰੁਪਏ ਕਿਲੋ ਟਮਾਟਰ ਹੈ। ਤੁਸੀਂ 2 ਮਿੰਟ ਠਹਿਰੋ। ਮੈਂ ਸਮਝਣਾ ਵਾ ਕਿ 50 ਰੁਪਏ ਹੋਏਗਾ, 60 ਰੁਪਏ ਹੈਗਾ। ਔਰ ਇਸ ਦੇ ਦੌਰਾਨ ਕੀਮਤ ਤੇ ਤੁਹਾਡਾ ਪਿਆਜ਼ ਵੀ 45 ਤੋਂ 55 ਰੁਪਏ ਕਿਲੋ ਹੈ।
ਇਸ ਟਾਈਮ ਤੁਹਾਡਾ ਜਿਹੜਾ ਬੈਂਗਣ ਹੈ ਉਹ ਵੀ 80 ਤੋਂ 120 रुपए किलो वे बरसात के मौसम के बावजूद। और ਜਿਹੜਾ अदरक 700 तक गया सी, ਅੱਜ अदरक ਜਿਹੜਾ 360 ਤੇ 370 रुपए ਦਾ किलो मिल रहा है। ਜਿਹੜਾ थोम 550 रुपए ਦਾ उस वक्त किलो सी, ਅੱਜ ਉਹ 250 ਦਾ किलो मिल रहा है। और उस तो बाद ਜਿਹੜੀ भिंडी तोरी है 170 ਤੇ 180 रुपए ਦੀ किलो मिल रही है। ਜਿਹੜਾ ਨਾਨ 30 रुपए ਦਾ ਸੀ, ਅੱਜ 15 रुपए ਦਾ ਮਿਲ ਰਿਹਾ। ਤੇ ਜਿਹੜੀ ਰੋਟੀ 22 रुपए ਦੀ ਸੀ, ਅੱਜ ਉਹ 10 ਤੋਂ 12 रुपए ਦੀ ਰੋਟੀ ਕਰਾਸ ਦੀ ਬੋਰਡ ਪੂਰੇ ਪੰਜਾਬ 'ਚ ਮਿਲ ਰਿਹਾ ਹੈ। ਅੱਜ ਸਟੂਡੈਂਟਸ ਨੂੰ ਲੈਪਟਾਪ ਮਿਲ ਰਹੇ ਨੇ, ਅੱਜ ਸਟੂਡੈਂਟਸ ਨੂੰ 30,000 ਮੋਟਰ ਬਾਈਕ ਮਿਲ ਰਹੇ ਨੇ। ਮੈਂ ਕਿਹਾ ਤੁਹਾਡੀ ਗੱਲ ਚੈੱਕ ਕਰ ਲਵਾਂ, ਤੁਸੀਂ ਉਹ 145 ਮੈਂ ਤਾਂ ਕਦੀ ਟਮਾਟਰ ਖਰੀਦਣ ਨਹੀਂ ਗਈ। 25 ਲੱਖ ਇੱਕ ਟਰੈਕਟਰ ਦੀ ਕੀਮਤ ਹੈ। ਤੇ ਕਿੱਥੇ ਬੁਜ਼ਦਾਰ ਸਰਕਾਰ ਜਿਹਨੇ ਪੰਜਾਬ ਦਾ ਬੇੜਾ ਗਰਕ ਕੀਤਾ। ਚਲੋ ਉਹ ਬਸ ਬੁਜ਼ਦਾਰ ਦੇ ਮਗਰ ਪੈ ਜਾਓ, ਬੁਜ਼ਦਾਰ ਤੋਂ ਪਹਿਲੇ ਤਾਂ ਕੋਈ ਹੈਗਾ ਹੀ ਨਹੀਂ ਸੀ ਇੱਥੇ। ਸਰ ਮੈਨੂੰ ਬੜਾ ਪਤਾ ਹੈ ਬਈ 10 ਅਪ੍ਰੈਲ 2022 ਨੂੰ ਤਾਂ ਪੂਰੇ ਪਾਕਿਸਤਾਨ ਦਾ ਬੇੜਾ ਗਰਕ ਕਰਨ ਵਾਲਾ ਹੀ ਟੋਲਾ ਸੀ। ਕੌਣ ਸਨ? ਫਿਰ ਪੰਜਾਬ ਵਿੱਚ ਅਸਤੀਫੇ ਕਿਉਂ ਦਿੱਤੇ? ਅਗਰ ਬਹੁਤ ਅੱਛੀ ਗਵਰਨਮੈਂਟ ਸੀ, ਖੈਬਰ ਪਖਤੂਨਖਵਾ ਚ ਅਸਤੀਫੇ ਕਿਉਂ ਦਿੱਤੇ? ਫਿਰ ਕੌਮੀ ਅਸੈਂਬਲੀ ਦੀ ਅਸੈਂਬਲੀ ਡਿਜ਼ਾਲਵ ਕਿਉਂ ਕੀਤੀ? ਕਿਉਂ ਸਾਈਨ ਕੀਤੇ? ਇਸ ਲਈ ਕੀਤੇ ਕਿ ਜਿਹੜੇ ਇਹਨਾਂ ਨੇ ਆਵਾਮ ਨਾਲ ਵਾਅਦੇ ਕੀਤੇ ਸਨ। ਬਈ ਇਹਨਾਂ ਨੇ ਤੇ ਉੱਥੇ 404 ਅਰਬ ਜਿਹੜੇ ਦਰਖਤ ਲਾਣੇ ਸਨ, ਉਹ 8 ਅਰਬ रुपए ਉਹਦੇ ਪੈਸੇ ਵੀ ਨਿਕਲ ਗਏ ਔਰ ਸਤਿਆਨਾਸ਼ ਹੋ ਗਿਆ। और फिर पाकिस्तान पानी पिलाओ शुमाइला, ਇਹਨਾਂ ਦੇ ਵਜ਼ੀਰ ਨੇ ਕਿਹਾ ਕਿ पानी दियो, पानी बीमार हो जाएंगे। ताजा बाईपास कराया इन्होंने, पानी पिलाओ इन्होंने पाकिस्तान का। और अल्हम्दुलिल्लाह नहीं वो कहते हैं। अच्छा वैसे कहना चाहते हैं, मेरी बात सुनो राणा साहब, पाकिस्तान की खुशहाली चाहते हैं। अगर राणा साहब छुरी थले साह भी ले लो। 145 ਮਨਸੂਬੇ ਇਨੈਗੋਰੇਟ ਜਿਹੜੀ ਤੁਹਾਡੇ ਤੇ ਛੁਰੀ ਲੱਗੀ ਪਈ ਹੈ ਉਹਦੇ ਥੱਲੇ ਸਾਹ ਵੀ ਲੈ ਲਓ, ਛੁਰੀ ਥੱਲੇ ਸਾਹ ਵੀ ਲੈ ਲਓ। ਕਲਚਰ ਕਲਾਸ਼ਨਕੋਫ ਕਲਚਰ ਤੇ ਹੈਲਥ ਤੇ ਐਜੂਕੇਸ਼ਨ ਦਾ ਬੇੜਾ ਗਰਕ। ਔਰ ਸ਼ਾਮ ਤੋਂ ਬਾਅਦ ਥਾਣੇ ਦੇ ਵਿੱਚ ਪੁਲਿਸ ਬੰਦ ਹੋ ਜਾਂਦੀ ਹੈ। ਆਵਾਮ ਦਾ ਕੋਈ ਆਵਾਮ ਬੇਯਾਰੋ ਮਦਦਗਾਰ ਹੈ ਨਾ, ਉੱਥੇ ਕੋਈ ਕਾਨੂੰਨ ਹੈ ਨਾ, ਕੋਈ ਅੱਗਾ ਹੈ ਨਾ ਕੋਈ ਪਿੱਛਾ ਹੈ। ਤੇ ਮੈਂ ਅਰਜ਼ ਕਰਨਾ ਕਿ ਕੱਲ ਜਿਹੜਾ ਇਹਨਾਂ ਦਾ ਇhtਜਾਜ ਸੀ, ਉੱਥੇ ਜਿਹੜਾ ਪਿਸ਼ਾਵਰ ਸੀ, ਇਹਨਾਂ ਦਾ ਚੀਫ ਮਿਨਿਸਟਰ ਖੁਦ ਤਕਰੀਰ ਨਹੀਂ ਕਰ ਸਕੇ ਉਸ ਇhtਜਾਜ ਨਾਲ। ਉਹ ਇhtਜਾਜ ਛੱਡ ਕੇ ਦੌੜ ਗਿਆ, ਜਿਸ ਤਰ੍ਹਾਂ ਉਹਨੇ ਇਸਲਾਮਾਬਾਦ ਕੀਤਾ ਸੀ, ਜਿਵੇਂ ਉਹਨਾਂ ਲਾਹੌਰ ਕੀਤਾ ਸੀ। ਇਸ ਵਾਸਤੇ ਅਸੀਂ ਪੋਲੀਟੀਕਲ ਵਰਕਰ ਹਾਂ। ਮੈਂ ਸਮਝਦਾ ਵਾਂ ਕਿ ਇਹਨਾਂ ਦਾ ਹੱਕ ਹੈ ਇhtਜਾਜ ਕਰਨ। ਕਿਹਨੇ ਰੋਕਿਆ? ਲੇਕਿਨ ਦਫਾ 144 ਦਾ ਮਤਲਬ ਇਹ ਆ ਕਿ ਤੁਸੀਂ ਤੋੜ ਫੋੜ ਨਾ ਕਰੋ, ਲੋਕਾਂ ਦੇ ਹਮਲੇ ਨਾ ਕਰੋ, ਤੁਸੀਂ 9 ਮਈ ਵਾਲੇ ਵਾਕਿਆਤ ਨਾ ਕਰੋ, ਕੋਰ ਕਮਾਂਡਰ ਆਫਿਸ ਹਮਲਾ ਨਾ ਕਰੋ, GHQ ਤੇ ਹਮਲਾ ਨਾ ਕਰੋ, ਸ਼ੋਦਾ ਜਾਂ ਯਾਦਗਾਰਾਂ ਨੂੰ ਨਾ ਕਰਾਓ, ਤੁਸੀਂ ਮੀਆਂਵਾਲੀ ਤੇ ਸਰਗੋਦੇ ਦੇ 에ਅਰ ਬੇਸਿਸ ਤੇ ਹਮਲੇ ਨਾ ਕਰੋ। ਇਹ ਕੰਮ ਤੇ ਸਾਡੇ ਦੁਸ਼ਮਣ ਦਾ ਇੰਡੀਆ ਦਾ ਉਹ ਵੀ ਨਹੀਂ ਕਰ ਸਕਿਆ ਤੇ ਤੁਸੀਂ ਕਿਉਂ ਕਰਦੇ ਹੋ? ਤੁਸੀਂ ਪਾਕਿਸਤਾਨੀ ਹੋ, ਤੁਸੀਂ ਇhtਜਾਜ ਕਰੋ। ਲੇਕਿਨ ਇੱਕ ਕਹਿੰਦਾ ਕਿ ਜਨਾਬ ਖਾਨ ਸਾਹਿਬ ਦੇ ਬੱਚੇ ਆ ਰਹੇ ਨੇ, ਦੂਸਰੇ ਕਹਿੰਦਾ ਨਹੀਂ ਆ ਰਹੇ। ਇਹ ਹੀ ਸਿਆਸਤ ਹੈ। ਔਰ ਅੱਜ ਅਕਰਮ ਸੁਲੇਮਾਨ ਰਾਜਾ ਸਾਹਿਬ ਕਹਿ ਰਹੇ ਸਨ ਕਿ ਸਾਡੇ ਕਾਰਕੁਨ ਨਹੀਂ ਨਿਕਲੇ। ਹੁਣ ਮੇਰੇ ਕਹਿਣ ਤੇ ਉਹਨਾਂ ਬਿਆਨ ਨਹੀਂ ਦਿੱਤਾ ਹੈਗਾ। ਹੁਣ ਇਹ ਕ੍ਰੈਸ਼ੀ ਸਾਹਿਬ ਪੁੱਛ ਸਕਦੇ ਨੇ ਜਾਂ ਤੁਸੀਂ ਪੁੱਛ ਸਕਦੇ ਹੋ। ਲੇਕਿਨ ਰਾਣਾ ਸਾਹਿਬ ਦੇਖੋ, ਫਿਰ ਤੁਸੀਂ ਗੱਲ ਕਰਦੇ ਨਿਕਲੇ ਨਹੀਂ ਜਾਂ ਨਿਕਲਣ ਨਹੀਂ ਦਿੱਤੇ ਹੈਗੇ, ਇਹ ਵੀ ਤਾਂ ਗੱਲ ਕਰੋ ਨਾ। ਅੱਛਾ ਮੈਂ ਲੰਮ ਸਮ ਜਿਹੜਾ ਜਾਂਦੇ ਨਦੀਮ ਕੁਰੈਸ਼ੀ ਸਾਹਿਬ, ਮੈਂ ਪ੍ਰੋਗਰਾਮ ਵਾਈਂਡ ਅਪ ਕਰਨਾ, ਮੈਂ ਤੁਹਾਡਾ ਪੁਆਇੰਟ ਆਫ ਲੈਣਾ ਚਾਹਾਂਗੀ ਸਾਰੀ ਗੁਫ਼ਤਗੂ ਦੇ ਉੱਤੇ। ਅਗਰ MPs ਨੇ ਰੈਲੀ ਕੱਢੀ ਹੈ, ਉਹ ਨਿਕਲੇ ਨੇ, ਰੈਲੀ ਨਿਕਲੀ ਹੈ ਨਾ। ਔਰ ਜਿਹੜਾ ਬੰਦਾ ਨਿਕਲੇ ਨਾ, ਰੋਡ ਤੇ ਆਇਆ ਹੀ ਨਹੀਂ, ਤੇ ਉਹ ਕੀ ਕਵੇਗਾ? ਬਾਕੀ ਗੁਜ਼ਾਰਿਸ਼ ਇਹ ਆ ਕਿ ਪੁਲਿਸ ਨੂੰ ਕਿਸੇ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ। पुरअमन जलसे करन, जो मर्जी करन, कोई ऐसा इशू नहीं। और ना कोई ऐसी मतलब इशू क्रिएट होंदा और ना ही होना चाहिए। नहीं होना चाहिए। नदीम कुरैशी साहब, मैं ਤੁਹਾਡੇ ਕੋਲੋਂ ਪ੍ਰੋਗਰਾਮ ਵਾਈਂਡ ਅਪ ਜਿਹੜਾ ਨਾ ਕਲੋਜ਼ਰ ਲੈਣਾ ਚਾਹਨੀ। देखो पहले तो राणा अरशद साहब ਨੂੰ ਪਿਲਾਓ ਠੰਡਾ ਪਾਣੀ ਜੀ। ਇਹਨਾਂ ਨੇ ਤਾਜ਼ਾ ਆਪਰੇਸ਼ਨ ਕਰਾਇਆ ਸੀ। ਅੱਲਾਹ ਨੂੰ ਜ਼ਿੰਦਗੀ ਸਿਹਤ ਦੇਵੇ। ਲੱਗਦਾ ਮੈਨੂੰ ਸਬਜ਼ੀ ਮੰਡੀ ਦੀ ਕੋ ਆੜਾ ਦੇ ਨੇ ਪਾ ਲਈ ਹੈ। ਔਰ ਇਹ 1980 ਦੇ ਸਬਜ਼ੀਆਂ ਦੇ ਰੇਟ ਦੱਸ ਰਹੇ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ। ਅੱਜ ਤੁਹਾਡਾ ਪ੍ਰੋਗਰਾਮ ਨਿਊਜ਼ ਟਾਕ ਸ਼ੋ ਥੋੜਾ हाँ जी मजाक रात ज्यादा लग रहा है, लोग हंस रहे होने ने। यकीन करो जिवें सब्जियां दे रेट दसने लगदा भाभी ने उन्होंने इस काम ते लाता भाई तुहाडे कोल बंदा ते आंदा कोई नहीं काम वास्ते, चलो तुसीं सब्जियां लेके आओ। ਅਸੀਂ ਵਰਕਰ ਆਦਮੀ ਰਾਜ ਸਾਹਿਬ, ਅਸੀਂ ਵਰਕਰ ਆਦਮੀ, ਅਸੀਂ ਸੇਠ ਨਹੀਂ ਹੈਗੇ, ਤੁਹਾਡੇ ਤਰ੍ਹਾਂ ਲੈਣ ਲਾਣ ਨਹੀਂ ਹੈਗੇ। ਅਸੀਂ ਜ਼ਿੰਮੇਦਾਰ ਆ ਤੇ ਵਰਕਰ। ਰਾਣਾ ਸਾਹਿਬ ਬੜੀ ਗੱਲ ਹੈ ਜੀ, ਬੜੀ ਗੱਲ ਹੈ ਜੀ, ਬੜੀ ਗੱਲ ਹੈ जी। बिल्कुल सही। खैर छोटे मियाँ तो छोटे मियाँ, बड़े मियाँ सुभान अल्लाह। बहरहाल बहुत शुक्रिया नदीम कुरैशी साहब और राणा साहब, थोड़ा ही बहुत शुक्रिया। और
ਹਸਨ ਮੁਰਤਜ਼ਾ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਖੈਰ ਗੱਲਾਂ ਕੁਐਸਚਨਸ ਮੈਂ ਹੋਰ ਪੁੱਛ ਕਰਨੇ ਸੀ, ਲੇਕਿਨ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਹੁਕੂਮਤ ਜਾਂ ਨੂਨ ਲੀਗ ਦਾ ਕੋਈ ਨੁਮਾਇੰਦਾ ਅਗਰ ਬੋਲਣਾ ਸ਼ੁਰੂ ਕਰੇ ਤਾਂ ਫਿਰ ਉਹ ਰੁਕਦਾ ਹੀ ਨਹੀਂ ਹੈਗਾ। ਪਤਾ ਨਹੀਂ ਸ਼ਾਇਦ ਕੋਈ ਜਿਹੜਾ ਪੂਰਾ ਦਾ ਪੂਰਾ ਪਰਚਾ ਹੈ ਉਹ ਖਰ ਦਿਮਾਗ 'ਚ ਫੀਡ ਕੀਤਾ ਹੋਇਆ ਕਿ ਜਦੋਂ ਤੱਕ ਉਹ ਮੁਕੰਮਲ ਹੋਣਾ ਨਹੀਂ ਤੇ ਅਸੀਂ ਰੁਕਣਾ ਨਹੀਂ। ਠੀਕ ਹੈ, ਇਹਦੇ ਨਾਲ ਹੀ ਹੁਣ ਪ੍ਰੋਗਰਾਮ ਜਿਹੜਾ ਨਾ ਖਤਮ ਹੋ ਗਿਆ। ਤੁਹਾਡਾ ਮੁਲਾਕਾਤ ਹੋਏਗੀ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।